Sat Shri Akal, my name is Pal Jali. हमेशा की तरह every Monday, half 6 to 7 o'clock, immigration ਦਾ show ਸਰਦਾਰ ਇਕਬਾਲ ਦੀਪ ਜੀ ਦੇ ਨਾਲ ਮੈਂ ਨਾਮ ਵੀ ਕਈ ਦਫਾ ਬੰਦਾ ਭੁੱਲ ਜਾਂਦਾ ਕਿਉਂਕਿ ਵੀਕ ਬਾਅਦ ਸ਼ੋਅ ਕਰਨਾ ਹੁੰਦਾ ਹੈ ਵੈਰੀ ਇੰਪੋਰਟੈਂਟ ਸ਼ੋਅ ਪਲੀਜ਼ ਬੜੀ ਦੁਨੀਆ ਤੁਸੀਂ ਦੇਖੋ ਹੁਣ ਤੁਹਾਨੂੰ ਪਤਾ ਕਿ ਜਿਹੜਾ ਲੋਕਡਾਊਨ ਵਗੈਰਾ ਹਾਲੇ ਵੀ ਹੈਗਾ ਤੇ ਬੜੀ ਘੱਟ ਅਪਡੇਟ ਹੈਗੀ ਹੈ ਲੇਕਿਨ ਜੋ ਵੀ ਸਾਡੇ ਪਾਸ ਮਿਲੇਗੀ ਇਨਫੋਰਮੇਸ਼ਨ ਅਕਾਲ ਚੱਲਣ ਦੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਤੁਹਾਡੇ ਪਾਸ ਨੰਬਰ 1 ਨਿਊਜ਼ ਲੈ ਕੇ ਆਈਏ when the news comes out ਉਸੇ ਵੇਲੇ ਨਿਊਜ਼ ਤੁਹਾਡੇ ਪਾਸ ਪਹੁੰਚਾਉਂਦੇ ਹਾਂ ਤਾਂ ਥੋੜ੍ਹੀ ਬਹੁਤੀ ਗੱਲਾਂ ਕਰਾਂਗੇ ਇੱਕ ਦੋ ਜਿਹੜੇ ਸਵਾਲ ਹੈਗੇ ਉਹਦੀ ਗੱਲਬਾਤ ਕਰਾਂਗੇ ਮੈਂ ਇਕਬਾਲਜੀਤ ਦੇ ਨਾਲ ਔਨ ਯੂਰ ਬਿਹਾਫ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਸਵਾਲ ਹੈਗਾ ਪਲੀਜ਼ ਡੋਂਟ ਹੈਸੀਟੇਟ ਟੂ ਕਾਲ ਅਵਰ ਕਾਲ ਸੈਂਟਰ 0121 551 1001 ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਲੀਜ਼ ਜਦੋਂ ਵੀ ਕੋਈ ਇੱਦਾਂ ਦਾ ਮੁੱਦਾ ਹੁੰਦਾ ਸਪੈਸ਼ਲੀ ਜਿੱਥੇ ਕੋਈ ਟੈਕਨੀਕਲ ਪੁਆਇੰਟ ਹੁੰਦੇ ਨੇ ਗਵਰਨਮੈਂਟ ਕੰਸਰਨ ਹੁੰਦੀ ਹੈ ਦੇ ਵਿੱਚ ਹਮੇਸ਼ਾ ਵਕੀਲ ਦੀ ਮਦਦ ਲੈ ਕੇ ਉਹਨਾਂ ਨੂੰ ਯੂਜ਼ ਕਰੋ ਤਾਂ ਕਿ ਜਿਹੜੇ ਫਾਰਮ ਸਹੀ ਤਰੀਕੇ ਨਾਲ ਭਰੇ ਜਾਣ ਅਤੇ ਉਹ ਰਿਜੈਕਸ਼ਨ ਨਾ ਹੋਵੇ ਇੱਕ ਦਫਾ ਅਸੀਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਫਾਰਮ ਗਲਤ ਭਰੇ ਜਾਂਦੇ ਨੇ ਬੜੀ ਬੰਦਾ ਮੁਸੀਬਤ 'ਚ ਪੈ ਜਾਂਦਾ ਆਲਵੇਜ਼ ਦੇਰ ਇਜ਼ ਨੋ ਸ਼ਾਰਟਕਟ ਲੀਗਲ ਚੀਜ਼ਾਂ ਹੁੰਦੀਆਂ ਨੇ ਅੱਛੀ ਤਰ੍ਹਾਂ ਅਪਲਾਈ ਕਰੋ ਕਿਸੇ ਬੱਚੇ ਨੂੰ ਬੁਲਾਉਣਾ ਤੁਸੀਂ ਕਿਸੇ ਪੇਰੈਂਟ ਨੂੰ ਬੁਲਾਉਣਾ ਆਪਣੇ ਰਿਸ਼ਤੇਦਾਰ ਨੂੰ ਬੁਲਾਉਣਾ ਹੁਣ ਜੋਬਸ ਦੀ ਬੜੀ ਅਪਰਚੂਨਿਟੀ ਹੈਗੀ ਹੈ ਜੋ ਕਿ ਅੱਜ ਮੈਂ ਇਕਬਾਲਜੀਤ ਜੀ ਨਾਲ ਗੱਲ ਕਰਾਂਗਾ ਅਤੇ ਮੈਂ ਉਮੀਦ ਰੱਖਦਾ ਕਿ ਤੁਸੀਂ ਪ੍ਰੋਗਰਾਮ ਵਾਚ ਕਰੋਗੇ ਉਹ ਜਿਹੜਾ ਮੈਂ ਨੰਬਰ ਸਕਰੀਨ 'ਤੇ ਵੀ ਆ ਰਿਹਾ ਤੁਸੀਂ ਕਾਲ ਕਰਕੇ ਪਲੀਜ਼ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਡੂ ਕਾਲ ਇਨ ਅਗਰ ਤੁਸੀਂ ਕਾਲ ਕਰਦੇ ਸਵਾਲ ਦੇ ਨਾਲ ਹੋਰ ਲੋਕਾਂ ਦੀ ਵੀ ਮਦਦ ਹੋ ਜਾਂਦੀ ਹੈ ਮੇ ਬੀ ਉਹਨਾਂ ਦਾ ਵੀ ਸੇਮ ਸਵਾਲ ਹੁੰਦਾ ਸੋ ਵੁੱਡ ਬੀ ਨਾਈਸ ਅਗਰ ਤੁਸੀਂ ਕਾਲ ਕਰਕੇ ਸਾਡੇ ਸ਼ੋਅ 'ਚ ਆਪਣਾ ਇੰਟਰਸਟ ਦਿਖਾਵੋਗੇ ਚਲੋ ਮੈਂ ਸ਼ੋਅ ਨੂੰ ਅੱਗੇ ਲੈ ਕੇ ਜਾਂਦੇ ਆਪਣੇ ਇਕਬਾਲਦੀਪ ਜੀ ਨੂੰ ਸਵਾਗਤ ਕਰਕੇ ਅਤੇ ਉਹਨਾਂ ਨਾਲ ਗੱਲਬਾਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕੀ ਹਾਲ ਚਾਲ ਤੁਹਾਡਾ ਇਕਬਾਲ ਜੀ ਠੀਕ ਹੈ ਬਿਲਕੁਲ ਪਹਿਲੇ ਤਾਂ ਥੈਂਕ ਯੂ ਸੋ ਮਚ ਚਲੋ ਹਾਲੀ ਬਹੁਤ ਅਪਡੇਟ ਨਹੀਂ ਹੈਗੀ ਲੇਕਿਨ ਮੈਨੂੰ ਲੱਗਦਾ ਬੜੀ ਗਰਮੀ ਵੀ ਪੈ ਰਹੀ ਹੈ ਲੋਕੀ ਕਾਫੀ ਅਸੀਂ ਬੜੇ ਫਲੀ ਲੋਕ ਹੈਗੇ ਆ ਠੰਡੀ ਪੈਂਦੀ ਅਸੀਂ ਤਾਰ ਹੁੰਦੇ ਹਾਂ ਗਰਮੀ ਪਵੇ ਅਸੀਂ ਤਾਰ ਹੁੰਦੇ ਹਾਂ ਵੀ ਆਰ ਨੈਵਰ ਹੈਪੀ ਆਈ ਨੋ ਕਾਫੀ ਵੈਦਰ ਕੰਡੀਸ਼ਨਸ ਕਾਫੀ ਹੌਟ ਹੋਈਆਂ ਤੇ ਬਿਲਕੁਲ ਇਕਬਾਲ ਜੀ ਹੁਣ ਤੁਹਾਨੂੰ ਪਤਾ ਬਹੁਤਾ ਨਹੀਂ ਕੁਛ ਹੋ ਰਿਹਾ ਪਹਿਲਾਂ ਹੁਣ ਮੈਂ ਚਾਹਾਂਗਾ ਕਿ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਜਿੰਨੇ ਵੀ ਵਿਊਜ਼ ਵਾਚ ਕਰਦੇ ਥੋੜ੍ਹੀ ਜਿਹੀ ਅਪਡੇਟ ਦੇ ਦਿਓ ਜਿਹੜੇ ਇਮੀਗ੍ਰੇਸ਼ਨ ਦੇ ਆਫਿਸਿਸ ਵਗੈਰਾ ਹੈਗੇ ਗਵਰਨਮੈਂਟ ਆਫਿਸਿਸ ਕਿੱਦਾਂ ਖੁੱਲ੍ਹੇ ਨੇ ਕੀ ਹਾਲੇ ਵੀ ਲੋਕਡਾਊਨ ਦੀ ਕੋਈ ਇਫੈਕਟ ਹੋ ਰਿਹਾ ਉਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਤੁਸੀਂ ਦੱਸੋ ਜੀ ਜਿਹੜੇ ਗਵਰਨਮੈਂਟ ਆਫਿਸਿਸ ਜਿਹੜੇ ਹੈਗੇ ਆ ਤੇ ਆਲਮੋਸਟ ਬੈਕ ਟੂ ਸਕੁਆਇਰ 1 ਜਿੱਥੇ ਸੀਗੇ ਉੱਥੇ ਹੌਲੀ ਕਰਕੇ ਆਪਣੀ ਪੋਜੀਸ਼ਨ ਤੇ ਆ ਰਹੇ ਹੈਗੇ ਆ ਜਿਹਨੂੰ ਅਸੀਂ ਜਿਹੜੀਆਂ ਕੇਸ ਵਰਕਿੰਗ ਯੂਨਿਟਸ ਜਿਹੜੀਆਂ ਹੈਗੀਆਂ ਕਾਫੀ ਫਾਸਟ ਹੋਈਆਂ ਜਿਹੜੀ ਮੋਸਟ ਇੰਪੋਰਟੈਂਟਲੀ ਇਨਫੋਰਸਮੈਂਟ ਵਿਜ਼ਿਟਸ ਜਿਹੜੀਆਂ ਹੈਗੀਆਂ ਜਿਹੜਾ ਹੁਣ ਪਹਿਲੇ ਉਹਨਾਂ ਨੇ ਸਾਈਨ ਵਗੈਰਾ ਬੰਦ ਕੀਤੇ ਸੀਗੇ ਉਹ ਵੀ ਹੁਣ ਸਾਰਾ ਸ਼ੁਰੂ ਹੋ ਗਿਆ ਕਾਫੀ ਫਾਸਟ ਟਰੈਕ ਦੇ ਉੱਤੇ ਅਤੇ ਉਹ ਸਾਈਨਾਂ 'ਤੇ ਵੀ ਬੁਲਾ ਰਹੇ ਹੈਗੇ ਆ ਹੁਣ ਇਨਫੋਰਸਮੈਂਟ ਵੀ ਉਹਨਾਂ ਨੇ ਕਾਫੀ ਹੁਣ ਲਿਫਟ ਅਪ ਕਰ ਦਿੱਤੀ ਹੈਗੀ ਆ ਜਿੱਦਾਂ ਪਹਿਲੇ ਹੁੰਦਾ ਸੀਗਾ ਅਤੇ ਓਬਵੀਅਸਲੀ ਜਿਹੜੀ ਡੀਲ ਵੀ ਹੋਈ ਹੈਗੀ ਉਹਦੇ ਤੋਂ ਵੀ ਤੁਹਾਨੂੰ ਥੋੜ੍ਹਾ ਜਿਹਾ ਇਜ਼ ਅ ਲਿਟਲ ਬਿਟ ਸੀਰੀਅਸ ਵੀ ਤੁਹਾਨੂੰ ਟਰੈਵਲ ਡਾਕੂਮੈਂਟਸ ਵਾਸਤੇ ਕਾਲ ਕਰ ਰਹੀ ਹੈਗੀ ਇਨਫੋਰਸਮੈਂਟ ਜਿਹੜੇ ਕਿ ਇੱਥੇ ਜਿਨ੍ਹਾਂ ਦੇ ਕੇਸ ਫੇਲ ਹੋਏ ਹੈਗੇ ਆ ਜਾਂ ਜਿਨ੍ਹਾਂ ਦੇ ਸਟੇਟਸ ਲੈਸ ਜਿਹੜੇ ਆਪਣੇ ਭੈਣ ਭਰਾ ਹੈਗੇ ਆ ਅਤੇ ਕਾਫੀ ਇਨਫੋਰਸਮੈਂਟ ਕਾਫੀ ਆਪਣੀ ਫਾਰਮ ਦੇ ਵਿੱਚ ਦੁਬਾਰਾ ਆ ਰਹੀ ਹੈਗੀ ਆ ਅਤੇ ਹੋਪਫੁਲੀ ਮੇ ਬੀ ਇਨ ਲਾਈਕ ਫਿਊ ਵੀਕਸ ਟਾਈਮ ਔਰ ਫਿਊ ਮੰਥਸ ਟਾਈਮ ਉਹ ਕਾਫੀ ਫਾਸਟ ਹੋ ਜਾਣਾ ਹੈਗਾ ਜਿੱਦਾਂ ਪਹਿਲੇ ਹੁੰਦਾ ਸੀਗਾ ਕੰਮ ਅਤੇ ਬਾਕੀ ਜੋ ਵੀ ਜੇ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਾਨੂੰਨ ਦਾ ਤੁਹਾਡਾ ਬਣਦਾ ਹੈਗਾ ਜਾਂ ਤੁਸੀਂ ਕੁਛ ਵੀ ਕਿਸੇ ਕੈਟੇਗਰੀ ਦੇ ਵਿੱਚ ਜੇ ਤੁਸੀਂ ਆਉਂਦੇ ਹੈਗੇ ਹੋ ਅਤੇ ਤੁਸੀਂ ਲੀਗਲ ਐਡਵਾਈਸ ਲਓ ਅਤੇ ਆਪਣੇ ਆਪ ਨੂੰ ਦੇਖੋ ਜੇ ਕੁਛ ਵੀ ਹੋ ਸਕਦਾ ਹੈਗਾ ਅਤੇ ਬਸ ਮੇਰੀ ਇਹੀ ਐਡਵਾਈਸ ਹੈ ਸਭ ਕਿਉਂਕਿ ਇਨਫੋਰਸਮੈਂਟ ਦੀ ਵਿਜ਼ਿਟਸ ਜਿੱਦਾਂ ਇਨਫੋਰਸਮੈਂਟ ਕਾਫੀ ਜ਼ਿਆਦਾ ਹੋ ਰਹੀ ਹੈਗੀ ਉਹ ਜਿੱਦਾਂ ਹੁਣ ਉਹ ਪੁੱਛਦੇ ਹੈਗੇ ਆ ਸਾਰਾ ਕੁਛ ਇਕਬਾਲਦੀਪ ਜੀ ਮੈਂ ਤੁਹਾਡੀ ਕਾਫੀ ਫੇਸਬੁੱਕ 'ਤੇ ਦੇਖਿਆ ਬੜੇ ਲੋਕਾਂ ਦੇ ਤੁਸੀਂ ਕੇਸ ਉਹਨੂੰ ਹੈਂਡਲ ਕੀਤੇ ਨੇ ਔਰ ਬੜੇ ਲੋਕਾਂ ਨੇ ਤੁਹਾਨੂੰ ਮੁਬਾਰਕ ਬਹੁਤ ਦਿੱਤੀ ਮੈਂ ਤੁਹਾਨੂੰ ਲਾਸਟ 'ਤੇ ਵੀ ਕਿਹਾ ਸੀ ਕਿ ਪਲੀਜ਼ ਮੈਨੂੰ ਕੋਈ ਕਲਿੱਪ ਦੇਵੋ ਉਹਨਾਂ ਦੀ ਪਰਮਿਸ਼ਨ ਲੈ ਕੇ ਜੋ ਅਸੀਂ ਟੀ ਵੀ 'ਤੇ ਦਿਖਾ ਸਕੀਏ ਜੋ ਤੁਹਾਡੇ ਕੇਸਿਸ ਕਾਮਯਾਬ ਹੋਏ ਜ਼ਰੂਰੀ ਸਾਡਾ ਫਰਜ਼ ਬਣਦਾ ਲੋਕਾਂ ਨੂੰ ਦਿਖਾਉਣ ਦਾ ਔਰ ਤੁਸੀਂ ਨਾ ਪਤਾ ਨਹੀਂ ਕਿਉਂ ਨਹੀਂ ਦਿਖਾਉਂਦੇ ਥੋੜ੍ਹੀ ਸ਼ਾਹੀ ਹੈਗੀ ਆਈ ਥਿੰਕ ਵੀ ਸ਼ੁੱਡ ਡੂ ਦੈਟ ਮੈਂ ਉਮੀਦ ਰੱਖਦਾ ਕਿ ਤੁਸੀਂ ਨੈਕਸਟ ਵੀਕ ਮੈਨੂੰ ਜ਼ਰੂਰ ਕਲਿੱਪ ਦੇਵੋਗੇ ਉਹਨਾਂ ਦੀ ਪਰਮਿਸ਼ਨ ਲੈ ਕੇ ਤਾਂ ਕਿ ਅਸੀਂ ਕਾਲ ਚੱਲਣ 'ਤੇ ਲੋਕਾਂ ਨੂੰ ਸ਼ੇਅਰ ਕਰ ਸਕੀਏ ਕਿ ਦੇਖੋ ਇਕਬਾਲਦੀਪ ਜੀ ਨੇ ਜੋ ਕੇਸ ਲੜੇ ਨੇ ਅਤੇ ਲੋਕ ਕਿੰਨੇ ਖੁਸ਼ ਹੋ ਕੇ ਤੁਹਾਨੂੰ ਮੁਬਾਰਕਬਾਦ ਦਿੰਦੇ ਨੇ ਹਾਂਜੀ ਮੈਂ ਉਹੀ ਪਾਉਂਦਾ ਹੁੰਦਾ ਜਿਹੜਾ ਕਿ ਇੰਪੋਸੀਬਲ ਕੰਮ ਹੁੰਦਾ ਜ਼ਿਆਦਾ ਨਹੀਂ ਮੈਂ ਕਰਦਾ ਜਦੋਂ ਜਿਹੜਾ ਵੀ ਕਾਫੀ ਕੰਪਲੀਕੇਟਡ ਹੁੰਦਾ ਉਸੇ ਨੂੰ ਹੀ ਮੈਂ ਕਹਿੰਦਾ ਹੁਣ ਜਦੋਂ ਚਲੋ ਪਤਾ ਲੱਗ ਜਾਵੇ ਸਭ ਨੂੰ ਕਈ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਇੰਪੋਸੀਬਲ ਹੁੰਦੀਆਂ ਹੈਗੀਆਂ ਪਰ ਫਿਰ ਵੀ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੈਗੇ ਹੋ ਕੌਨਸਨਟਰੇਟ ਕਰਦੇ ਹੈਗੇ ਹੋ ਅਤੇ ਕਿਸੇ ਦੀ ਲਾਈਫ ਬਣ ਜਾਂਦੀ ਹੈਗੀ ਹੈ ਅਤੇ ਚਲੋ ਇੱਦਾਂ ਦੀ ਜਦੋਂ ਕੋਈ ਗੱਲ ਹੁੰਦੀ ਹੈ ਅਤੇ ਮੈਂ ਅਪਡੇਟ ਕਰਦਾ ਰਹਿੰਦਾ ਸਭ ਨੂੰ ਨਹੀਂ ਥੋੜ੍ਹਾ ਬਹੁਤ ਤੁਹਾਨੂੰ ਪਤਾ ਜਦੋਂ ਬੰਦੇ ਦੀ ਕਾਮਯਾਬੀ ਯਾਰ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਦੇਖੋ ਪਤਾ ਲੱਗਦਾ ਹੈ ਕਿ ਵਕੀਲ ਕੀ ਕਰਦਾ ਕਿੱਦਾਂ ਦੇ ਕੇਸ ਹੈਂਡਲ ਕਰਦਾ ਕਿੰਨੇ ਲੋਕ ਤੁਹਾਨੂੰ ਮੁਬਾਰਕਬਾਦ ਦਿੰਦੇ ਇਟਸ ਸਮਥਿੰਗ ਰੀਅਲੀ ਨਾਈਸ
ਤਾਂ ਕਿ ਲੋਕਾਂ ਨੂੰ ਯਕੀਨ ਵੀ ਕਈ ਦਫਾ ਕੀ ਹੁੰਦਾ ਇਕਬਾਲ ਜੀ ਕਈ ਲੋਕਾਂ ਨੂੰ ਨਾ ਹਕੀਕਤ ਦੇਖਣੀ ਪੈਂਦੀ ਤਾਂ ਉਹਨਾਂ ਨੂੰ ਯਕੀਨ ਹੁੰਦਾ ਕਿ ਬੰਦਾ ਪੁੱਛਦਾ ਯਾਰ ਇਹਨੇ ਕੋਈ ਕੇਸ ਕੀਤੇ ਨੇ ਯਾਰ ਇਹਦੇ ਕੋਈ ਕੇਸ ਜਿੱਤਿਆ ਤੇ ਇੱਦਾਂ ਦੇ ਬੰਦੇ ਦਿਖਾਣੇ ਚਾਹੀਦੇ ਨੇ ਜ਼ਰੂਰ ਤਾਂ ਕਿ ਲੋਕਾਂ ਨੂੰ ਕੌਨਫੀਡੈਂਸ ਬਿਲਡ ਹੋ ਜਾਵੇ। ਹਾਂਜੀ ਹਾਂਜੀ ਨਹੀਂ ਤੇ ਚਲੋ ਅਗ ਨੈਕਸਟ ਟਾਈਮ ਅਸੀਂ ਕਰ ਲੈਂਦੇ ਪਏ। ਨਹੀਂ ਪੱਕੀ ਗੱਲ ਹੈ। ਦੇਖੋ ਬੇਸ਼ੱਕ ਸਾਡੇ ਨਾਲ ਜੁੜੇ ਨੇ ਇਕਬਾਲਦੀਪ ਜੀ, ਹੀ ਇਜ਼ ਪਾਰਟ ਆਫ ਅਕਾਲ ਚੈਨਲ, ਬੜੀ ਮਦਦ ਕਰਦੇ ਨੇ, ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਨੇ। ਸਾਡਾ ਫਰਜ਼ ਬਣਦਾ ਦੇਖੋ ਅਕਾਲ ਚੈਨਲ ਪ੍ਰੋਫੈਸ਼ਨਲ ਬੰਦਿਆਂ ਨੂੰ ਲੈ ਕੇ ਆਉਂਦਾ ਜਿਨ੍ਹਾਂ ਨੂੰ ਸਾਨੂੰ ਪਤਾ ਕਿ ਲੋਕ ਪ੍ਰੋਫੈਸ਼ਨਲ ਨੇ, ਉਹ ਤੁਹਾਡੀ ਹੈਲਪ ਕਰ ਸਕਦੇ ਨੇ। ਪ੍ਰੋਪਰ ਇਹਨਾਂ ਨੇ ਐਜੂਕੇਸ਼ਨ ਕੀਤੀ ਹੈ, ਡਿਗਰੀਆਂ ਹਾਸਲ ਕੀਤੀਆਂ ਨੇ ਤੇ ਇਹਨਾਂ ਦੇ ਤੁਸੀਂ ਜਾ ਕੇ ਫੇਸਬੁੱਕ ਤੇ ਦੇਖੋ ਕਿੰਨੇ ਲੋਕਾਂ ਨੇ ਕੇਸ ਇਹਨਾਂ ਨੇ ਜਿੱਤ ਕੇ ਉਹ ਸਾਰੇ ਨੇ ਮੁਬਾਰਕਬਾਦ ਦਿੱਤੀ ਹੈ। ਮੈਂ ਫਿਰ ਉਮੀਦ ਰੱਖਦਾ ਕਿ ਤੁਸੀਂ ਪਲੀਜ਼ ਤੁਸੀਂ ਕਾਲ ਕਰੋਗੇ ਕਿਸੇ ਤਰ੍ਹਾਂ ਦਾ ਸਵਾਲ ਹੈ ਤੇ ਤੁਸੀਂ ਇਕਬਾਲ ਜੀ ਜਿਹੜਾ ਹਾਈ ਕੋਰਟ ਨੇ ਹੁਣ ਕੀਤਾ ਫਾਈਨ ਦੀ ਸੈਟਲਮੈਂਟ ਸਕੀਮ ਰੂਲ ਫॉर द ਜ਼ਿੰਬਾਬਵੇ ਦੀ ਕੈਰੀਅਰ ਦਾ ਅਨਲੌਫੁਲ ਫ੍ਰੀ ਮੂਵਮੈਂਟ ਦਾ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਹਾਂਜੀ ਇਹ ਬੜਾ ਇੰਪੋਰਟੈਂਟ ਸਵਾਲ ਸੀਗਾ, ਮੈਨੂੰ ਪਤਾ ਸੀਗਾ ਤੁਸੀਂ ਪੁੱਛੋਗੇ, ਕਾਫੀ ਫੋਨ ਕਾਲ ਵੀ ਆਏ ਹੈਗੇ ਆ। ਸੋ ਬੇਸਿਕਲੀ ਥੋੜੀ ਜਿਹੀ ਕਲੈਰੀਫਿਕੇਸ਼ਨ ਇਹਦੇ ਉੱਤੇ ਜ਼ਰੂਰੀ ਹੈਗੀ ਆ। ਇਟਸ ਅ ਵੈਰੀ ਵੈਰੀ ਫਰੈਸ਼ ਰॉ ਥਿੰਗ ਹੈਗੀ ਜਿਹੜੀ ਕਿ ਹਲੇ ਰੀਸੈਂਟਲੀ ਹਾਈ ਕੋਰਟ ਨੇ ਇਹਨੂੰ ਰੂਲਿੰਗ ਕੀਤੀ ਹੈਗੀ ਆ। ਇਹਦੇ ਵਿੱਚ ਮੈਂ ਥੋੜਾ ਡਿਟੇਲ 'ਚ ਮੈਂ ਜਾਊਂਗਾ ਹੁਣ। ਤੇ ਇਹ ਕੇਸ ਸੀਗਾ ਇਹਦੇ ਵਿੱਚ ਜਿਹਦੇ ਵਿੱਚ ਇੱਕ ਅਸੀਂ ਕਾਫੀ ਸ਼ੋਅ ਦੇ ਵਿੱਚ ਕਵਰ ਵੀ ਕੀਤਾ ਹੈਗਾ EU ਸੈਟਲਮੈਂਟ ਸਕੀਮ ਜਿਹੜੀ ਹੈਗੀ, ਜਿਹੜੇ ਕਿ ਇੱਥੇ ਯੂਰੋਪੀਅਨ ਨੈਸ਼ਨਲਸ ਜਿਹੜੇ ਆਪਣੇ ਭੈਣ ਭਰਾ ਰਹਿੰਦੇ ਹੈਗੇ ਜਾਂ ਉੱਦਾਂ ਯੂਰੋਪੀਅਨਸ ਜਿਹੜੇ ਇੱਥੇ ਰਹਿੰਦੇ ਹੈਗੇ ਆ, ਉਹਨਾਂ ਨੇ ਪ੍ਰੀ ਸੈਟਲ ਤੇ ਸੈਟਲ ਸਟੇਟਸ ਦੇਣ ਦਾ ਉਹਨਾਂ ਨੇ ਇੱਕ ਸਕੀਮ ਕੱਢੀ ਸੀ ਐਪੈਂਡਿਕਸ EU ਦੇ ਅੰਡਰ, ਜਿਹੜੀ ਕਿ ਬ੍ਰੈਗਜ਼ਿਟ ਦਾ ਇੱਕ ਡਾਇਰੈਕਟ ਇੰਪੈਕਟ ਸੀਗਾ। ਉਹਦੇ ਵਿੱਚ ਇੱਕ ਐਸੀ ਕੈਟਾਗਰੀ ਜਿਹੜੀ ਸੀਗੀ ਜਿਹੜੀ ਕਿ ਕੇਅਰਰ ਨੂੰ, ਜਿਹਨੂੰ ਅਸੀਂ ਕੋਈ ਬੱਚਾ ਹੋ ਸਕਦਾ ਜਾਂ ਕੋਈ ਐਡਲਟ ਹੋ ਸਕਦਾ ਜਿਹੜੇ ਕਿ ਇੱਥੇ ਕੇਅਰਰ ਦੇ ਤੌਰ ਦੇ ਉੱਤੇ ਉਹਨਾਂ ਦੇ ਵੀਜ਼ੇ ਸੀਗੇ ਜਾਂ ਜਿਹੜੇ ਕਿ ਕੇਅਰ ਕਰਕੇ ਉਹਨਾਂ ਨੂੰ ਰਹਿੰਦੇ ਸੀਗੇ, ਉਹ ਜ਼ਿੰਬਰਾਨੋ ਦੀ ਇੱਕ ਕੈਟਾਗਰੀ ਆਉਂਦੀ ਸੀਗੀ। ਬੇਸਿਕਲੀ ਪ੍ਰਾਇਮਰੀ ਕੇਅਰਰ, ਜਿੱਥੇ ਕੋਈ ਸਿੰਗਲ ਪੇਰੈਂਟ ਹੋਵੇ ਤੇ ਬੱਚੇ ਦੀ ਕੇਅਰ ਕਰਦਾ ਹੋਵੇ, ਬ੍ਰਿਟਿਸ਼ ਸਿਟੀਜ਼ਨ ਬੱਚਾ ਹੋਵੇ, ਤੇ ਉਹਦੇ ਵਿੱਚ ਉਸ ਚੀਜ਼ ਨੂੰ ਅਪਲਾਈ ਹੁੰਦਾ ਸੀਗਾ। ਪਰ ਜਿਹੜੀ EU ਸੈਟਲਮੈਂਟ ਜਿਹੜੀ ਸਕੀਮ ਸੀਗੀ ਉਹਦੇ ਵਿੱਚ ਜਿਹੜੀ ਜ਼ਿੰਬਰਾਨੋ ਦੀ ਪਰਟੀਕੂਲਰ ਕੈਟਾਗਰੀ ਜਿਹੜੀ ਸੀਗੀ ਉਹ ਕਾਫੀ ਉਹਦੀ ਕੰਪਲਿਕੇਸ਼ਨ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇਹਨੂੰ ਇਨਕੋਰਪੋਰੇਟ 'ਚ ਇਨਕਲੂਡ ਨਹੀਂ ਸੀ ਕੀਤਾ ਹੋਇਆ ਪਹਿਲੇ ਕਈ ਚੀਜ਼ਾਂ ਦੇ ਵਿੱਚ। ਲਾਈਕ ਆਈ ਸੈਡ ਵੀ ਹਲੇ ਵੀ ਡਿਵੈਲਪਿੰਗ ਹੈ, ਹਲੇ ਹੁਣੇ ਆਈ ਹੈਗੀ ਹੈ ਜਜਮੈਂਟ, ਤੇ ਇਹਦੇ ਵਿੱਚ ਉਹਨਾਂ ਨੇ ਉਹਨੂੰ ਇਨਕਲੂਡ ਨਹੀਂ ਸੀ ਕੀਤਾ ਜਿਹੜੇ ਜ਼ਿੰਬਰਾਨੋ ਕੇਅਰਰਸ ਜਿਹੜੇ ਬੱਚਿਆਂ ਦੇ ਕੇਅਰਰਸ ਜਿਹੜੇ ਸੀਗੇ। ਤੇ ਪਰ ਹੁਣ ਉਹਨਾਂ ਨੇ ਇਹ ਕਿਹਾ ਹੈਗਾ ਕੋਰਟ ਨੇ ਵੀ ਇਹ ਜਿਹੜੀ ਪਾਲਿਸੀ ਜਿਹੜੀ ਸੀਗੀ ਜਿਹਦੇ ਵਿੱਚ ਇਹਨੂੰ ਐਕਸਕਲੂਡ ਕੀਤਾ ਗਿਆ ਸੀਗਾ ਤੇ ਇਹ ਅਨਲੌਫੁਲ ਹੈਗੀ, ਉਹਦੀ ਵਰਡਿੰਗ ਜਿਹੜੀ ਹੈਗੀ ਉਹ ਅਨਲੌਫੁਲ ਹੈਗੀ ਆ EU ਜਿਹੜੀ ਹੈ ਆਪਣਾ EU ਸੈਟਲਮੈਂਟ ਸਕੀਮ ਦੇ ਅੰਡਰ ਜਿਹੜੀ ਆਉਂਦੀ ਹੈਗੀ ਆ। ਗੱਲ ਇੱਥੇ ਆਉਂਦੀ ਹੈਗੀ ਵੀ ਹੁਣ ਕਾਫੀ ਲੋਕ ਇਸ ਬੰਨੇ ਤੁਰੇ ਹੋਏ ਵੀ ਸ਼ਾਇਦ ਸਾਨੂੰ ਇਸ ਚੀਜ਼ ਦੇ ਅੰਡਰ ਸੈਟਲਮੈਂਟ 5 ਸਾਲ ਦੇ ਵਿੱਚ ਪ੍ਰੀ ਸੈਟਲ ਸਟੇਟਸ ਜਾਂ ਸੈਟਲ ਸਟੇਟਸ ਸਾਨੂੰ ਮਿਲ ਜਾਊਗਾ। ਇਹ ਚੀਜ਼ ਹੈਗੀ ਜਿਹੜੀ ਇਹ ਉਹਨਾਂ ਵਾਸਤੇ ਹੈਗੀ ਆ ਜਿਹੜੇ ਕਿ ਸਿੰਗਲ ਪੇਰੈਂਟਸ ਜਿਹੜੇ ਹੈਗੇ ਆ, ਉਹਨਾਂ ਦਾ ਕੋਈ ਬੱਚਾ ਜਿੱਦਾਂ ਕੋਈ ਫੋਰ ਐਗਜ਼ਾਮਪਲ ਕੋਈ ਮਦਰ ਹੋ ਸਕਦੀ ਆ, ਉਹਦੀ ਸੈਪਰੇਸ਼ਨ ਹੋਈ ਹੈਗੀ ਆਪਣੇ ਹਸਬੈਂਡ ਤੋਂ। ਕਈ ਕੇਸ ਇੱਦਾਂ ਦੇ ਵੀ ਹੈਗੀ ਜਿਹਦੇ ਵਿੱਚ ਸੈਪਰੇਸ਼ਨ ਤੋਂ ਬਾਅਦ ਫਾਦਰ ਦਾ ਪਤਾ ਨਹੀਂ ਹੈਗਾ ਕਿੱਥੇ ਹੈਗਾ, ਜਾਂ ਕੋਈ ਵੀ ਇੱਦਾਂ ਦੇ ਕੇਸ ਹੈਗੇ ਜਿਹਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਹੈਗਾ ਵੀ ਬੱਚਾ ਮਾਂ ਕੋ ਹੁੰਦਾ ਆ ਤੇ ਜਾਂ ਪਿਓ ਕੋ ਹੁੰਦਾ, ਇੱਕ ਸਿੰਗਲ ਪੇਰੈਂਟ ਰਹਿ ਜਾਂਦਾ ਹੈਗਾ ਆ। ਤੇ ਜੇ ਉੱਦਾਂ ਦੇ ਜੇ ਤੁਹਾਡੇ ਕੋਈ ਸਰਕਮਸਟੈਂਸਸ ਹੈਗੇ ਫਿਰ ਤੁਸੀਂ ਐਜ਼ ਅ ਪ੍ਰਾਇਮਰੀ ਕੇਅਰਰ ਦੇ ਅੰਡਰ ਤੁਸੀਂ ਅਪਲਾਈ ਕਰ ਸਕਦੇ ਸੀਗੇ EU ਸੈਟਲਮੈਂਟ ਸਕੀਮ ਦੇ ਅੰਡਰ। ਅਕਬਰਦੀਪ ਜੀ ਜਿਹੜੀ ਮੈਡੀਕਲ ਪ੍ਰੋਫੈਸ਼ਨ ਦੀ ਟੀਮ ਹੈਗੀ ਹੈ ਹਰ ਤਰ੍ਹਾਂ ਦੀ ਡਿਫਰੈਂਟ ਡਿਪਾਰਟਮੈਂਟ ਦੇ ਵਿੱਚ, ਜਿਹਦਾ ਕੇਅਰਰ ਦੀ ਗੱਲ ਕਰ ਲਓ, ਨਰਸਿੰਗ ਦਾ ਕਰ ਲਓ, ਕਿਸੇ ਵੀ ਤਰ੍ਹਾਂ ਦਾ IT ਦਾ ਗੱਲ ਕਰ ਲਓ, ਮੈਡੀਕਲ ਟੀਮ ਦੇ ਵਿੱਚ ਕਾਫੀ ਲੂਪ ਹੋਲ, ਕਾਫੀ ਜੌਬਸ ਅਵੇਲੇਬਲ ਆ ਰਹੇ ਨੇ ਹੁਣ ਇਸ ਟਾਈਮ ਦੇ ਉੱਪਰ ਨੂੰ। ਹਾਂਜੀ ਉਹਦੇ ਉੱਤੇ ਮੈਂ ਬਾਅਦ 'ਚ ਥੋੜ੍ਹਾ ਜਿਹਾ ਆਉਂਦੇ ਹੈਗੇ, ਪਹਿਲੇ ਥੋੜ੍ਹਾ ਜਿਹਾ ਐਕਸਪਲੇਨ ਕਰ ਦਵਾਂ ਮੈਂ EU ਸੈਟਲਮੈਂਟ ਸਕੀਮ ਦਾ ਅੰਡਰ, ਕਿਉਂਕਿ ਇਹ ਬੜਾ ਇੰਪੋਰਟੈਂਟ ਹੈਗਾ, ਇਹ ਵੀ ਉਹਦੇ ਨਾਲ ਕਨੈਕਟਡ ਹੈਗਾ ਜਿਹਦੇ 'ਤੇ ਮੈਂ ਇੱਕ ਮਿੰਟ ਚਾਹੂੰਗਾ ਹੁਣੇ। ਤੇ ਆਪਣਾ ਉਹਨਾਂ ਨੇ ਇਹ ਕਿਹਾ ਹੈਗਾ ਵੀ ਜੇ ਤੁਸੀਂ ਜ਼ਿੰਬਰਾਨੋ ਦੇ ਅੰਡਰ ਤੁਸੀਂ EU ਸੈਟਲਮੈਂਟ ਸਕੀਮ ਨਾਲ ਤੁਸੀਂ ਅਪਲਾਈ ਕਰ ਸਕਦੇ ਹੈਗੇ, ਈਵਨ ਦੋ ਪਹਿਲੇ ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਹੋਰ ਤਰ੍ਹਾਂ ਦੀ ਜੇ ਤੁਹਾਡੇ ਕੋਲ ਲੀਵ ਹੈਗੀ ਵੀ ਹੈ ਤਾਂ ਵੀ ਤੁਸੀਂ ਕੁਆਲੀਫਾਈ ਕਰਦੇ, ਪਰ ਉਹਦੀਆਂ ਟਰਮਸ ਐਂਡ ਕੰਡੀਸ਼ਨ ਪਾਲਿਸੀ ਦੇ ਵਿੱਚ ਆਉਣਗੀਆਂ ਹਲੇ ਉਹਦੀਆਂ ਹੋਰ ਕਈ ਪੇਰੈਂਟਸ ਹੋ ਸਕਦੇ ਜਿਹੜੇ ਕਿ ਇਹ 5 ਸਾਲ ਦੇ ਰੂਟ ਦੇ ਅੰਡਰ ਕਰਨ, ਪਰ ਸਾਰੇ ਨਹੀਂ ਹੋਣਗੇ। ਇਹ ਕੇਸ ਬਾਏ ਕੇਸ ਡਿਪੈਂਡ ਕਰੂਗਾ, ਹਰ ਕੇਸ ਦੀ ਹਿਸਟਰੀ ਕੀ ਹੈਗੀ ਆ, ਕਿੰਨੀ ਉਹਨੂੰ ਟਰਮ ਸਟੇ ਮਿਲੀ ਹੈਗੀ ਆ, ਕਿੰਨਾ ਉਹਨੂੰ ਪੇਰੈਂਟ ਕਦੋਂ ਦਾ, ਜਿੱਦਾਂ ਜੇ ਸਿੰਗਲ ਪੇਰੈਂਟ ਹੈਗਾ ਜਾਂ ਕੀ ਉਹਨਾਂ ਨੇ ਜੇ ਕਿਸੇ ਨੇ ਪਹਿਲੇ ਅਪਲਾਈ ਕੀਤਾ ਸੀਗਾ 31 ਦਸੰਬਰ ਤੋਂ ਪਹਿਲੇ ਜੇ ਕਿਸੇ ਨੇ ਅਪਲਾਈ ਕੀਤਾ ਸੀਗਾ, ਜੇ ਉਹਨੂੰ ਡਿਕਲਾਈਨ ਕੀਤਾ ਹੈਗਾ ਉਹਨਾਂ ਨੇ ਉੱਤੇ ਉਹਨੂੰ ਦੁਬਾਰਾ ਅਪਲਾਈ ਕਰ ਸਕਦਾ ਹੈਗਾ। ਇਹ ਚੀਜ਼ ਉਹਨਾਂ ਨੇ ਇੱਕ ਲੈ ਕੇ ਆਉਂਦੀ ਹੈਗੀ ਆ। ਤੇ ਭਾਵੇਂ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਲੀਵ ਹੈਗੀ ਵੀ ਆ
ਤੇ ਤੁਸੀਂ ਆਪਣੇ ਕੇਸ ਬਾਈ ਕੇਸ ਬੇਸਿਸ ਤੁਸੀਂ ਕੰਸਲਟ ਕਰ ਸਕਦੇ ਹੈਗੇ ਹੋ, ਤੇ ਜੇ ਕਿਸੇ ਦੀ ਕੈਟਾਗਰੀ 5 ਸਾਲ ਦੇ ਵਿੱਚ ਬਣਦੀ ਹੈਗੀ ਤੇ ਅਸੀਂ ਉਹਨੂੰ ਐਡਵਾਈਸ ਕਰ ਦਾਂਗੇ। ਪਰ ਜਿਹੜੇ ਪੇਰੈਂਟਸ ਇਕੱਠੇ ਰਹਿ ਰਹੇ ਹੈਗੇ ਆ, ਜਿਹੜੇ ਐਜ਼ ਅ ਫੈਮਿਲੀ ਯੂਨਿਟ ਰਹਿ ਰਹੇ ਹੈਗੇ ਆ, ਤਾਂ ਉਹਦੇ ਲਈ ਰਿਕੁਆਇਰਮੈਂਟਸ ਥੋੜ੍ਹੀਆਂ ਡਿਫਿਕਲਟ ਹੋਣਗੀਆਂ। ਪਰ ਜੇ ਤੁਸੀਂ ਸੋਲ ਕੇਅਰਰ ਹੈਗੇ ਹੋ, ਇੱਕੋ ਬੱਚਾ ਇੱਕੋ ਪੇਰੈਂਟ ਜਿਹੜਾ ਹੈਗਾ ਉਹ ਬੱਚੇ ਨੂੰ ਲੁੱਕ ਆਫਟਰ ਕਰਦਾ ਹੈਗਾ, ਤੇ ਉਹਦੇ ਵਿੱਚ ਪੋਸੀਬਿਲਿਟੀ ਕਾਫੀ ਜ਼ਿਆਦਾ ਹੈਗੀ। ਪਰ ਇੱਕ ਬੜੀ ਇੰਪੋਰਟੈਂਟ ਗੱਲ ਦੇਖਣ ਵਾਲੀ ਇਹਦੇ ਵਿੱਚ ਇਹ ਹੈਗੀ ਵੀ ਹੋਮ ਆਫਿਸ ਨੇ ਇਹਦੀ ਅੱਗੇ ਅਪੀਲ ਕੀਤੀ ਹੈਗੀ ਆ, ਉਹਨਾਂ ਨੇ ਪਰਮਿਸ਼ਨ ਵਾਸਤੇ ਅਪਲਾਈ ਕੀਤਾ ਹੈਗਾ। ਇਸ ਕੋਰਟ ਦੀ ਜਜਮੈਂਟ ਨੂੰ ਉਹਨਾਂ ਨੇ ਅੱਗੇ ਚੈਲੰਜ ਕੀਤਾ ਹੈਗਾ। ਇਟਸ ਅਨਲਾਈਕਲੀ ਵੀ ਇਹ ਜਿਹੜੀ ਚੀਜ਼ ਹੈਗੀ ਆ ਵੀ ਕਿੱਦਾਂ ਨੂੰ ਉਨੀ ਦੇਰ ਤੱਕ ਕਿੱਦਾਂ ਇਹਨੂੰ ਇੰਪਲੀਮੈਂਟ ਕਿੱਦਾਂ ਕਰਨਗੇ, ਇਟਸ ਅਨਲਾਈਕਲੀ ਹਲੇ। ਪਰ ਜੇ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਹਰ ਕੇਸ ਡਿਫਰੈਂਟ ਹੋਊਗਾ, ਹਰ ਚੀਜ਼ ਡਿਫਰੈਂਟ ਹੋਊਗੀ, ਹਰ ਇੱਕ ਕੇਸ ਦਾ ਆਪਣਾ ਬੈਕਗਰਾਉਂਡ ਹੁੰਦਾ ਹੈ, ਤੇ ਉਹਦੇ ਹਿਸਾਬ ਨਾਲ ਅਸੀਂ ਐਡਵਾਈਸ ਕਰ ਸਕਦੇ। ਕਈ ਪੇਰੈਂਟਸ ਹੋਣਗੇ ਉਹ ਕਰ ਸਕਦੇ ਹੋਣਗੇ, ਕਈ ਨਹੀਂ ਇਸ ਕੈਟਾਗਰੀ 'ਚ ਆਉਣਗੇ। ਇਹ ਡਿਪੈਂਡ ਕਰੇਗਾ ਤੁਹਾਡੇ ਇੰਡੀਵਿਜੂਅਲ ਸਰਕਮਸਟੈਂਸਿਸ ਦੇ ਉੱਤੇ। ਇਕਬਾਲ ਜੀ, ਜਿੱਦਾਂ ਤੁਸੀਂ ਇਮੀਗ੍ਰੇਸ਼ਨ ਦੇ ਲਾਇਰ ਹੈਗੇ ਹੋ, ਤੁਸੀਂ ਹਮੇਸ਼ਾ ਬਿਜ਼ੀ ਰਹਿੰਦੇ ਹੋ। ਹੁਣ ਅਪਡੇਟ ਦੇ ਵਿੱਚ ਮੈਂ ਤੁਹਾਨੂੰ ਪੁੱਛਾਂ, ਅੱਜ ਹੀ ਤੁਹਾਨੂੰ ਪਤਾ ਲੱਗਿਆ ਕਿ ਜਿਹੜੀ ਗਵਰਨਮੈਂਟ ਨੇ, ਪ੍ਰਾਈਮ ਮਿਨਿਸਟਰ ਨੇ 4 ਵੀਕ ਹੋਰ ਐਕਸਟੈਂਡ ਕਰ ਦਿੱਤੀ ਹੈ ਲੋਕਡਾਊਨ। ਉਹਦੇ ਵਿੱਚ ਜਿਹੜੇ ਹੁਣ ਕੋਰਟ ਹੀਅਰਿੰਗ ਵਗੈਰਾ ਹੁੰਦੀ ਹੈ ਕਿ ਹਾਲੇ ਨਹੀਂ ਹੁੰਦੀ, ਉਹਦਾ ਕੀ ਹਿਸਾਬ ਹੈ? ਕਿਸ ਤਰ੍ਹਾਂ ਹਾਊ ਡੂ ਦੀ ਗਵਰਨਮੈਂਟ ਡੀ ਇਮੀਗ੍ਰੇਸ਼ਨ ਡੀਲ ਕਰਦੀ ਉਹਦੇ ਨਾਲ ਐਟ ਦ ਮੋਮੈਂਟ? ਦੇਖੋ, ਜਿਹੜੀ ਕੋਰਟ ਹੀਅਰਿੰਗਸ ਜਿਹੜੀਆਂ ਹੈਗੀਆਂ ਜਦੋਂ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਹੈਗਾ ਉਹ ਰਿਮੋਟਲੀ ਹੋ ਰਹੀਆਂ ਹੈਗੀਆਂ। ਪਰ ਹੁਣ ਹਾਈਬ੍ਰਿਡ ਵੀ ਉਹਨਾਂ ਨੇ ਇੰਟਰੋਡਿਊਸ ਕਰ ਦਿੱਤਾ ਹੈਗਾ, ਜਿਹਦੇ ਵਿੱਚ ਕਈ ਪਾਰਟੀਆਂ ਘਰੋਂ ਕਰ ਰਹੀਆਂ ਹੈਗੀਆਂ, ਕਈ ਪਾਰਟੀਆਂ ਕੋਰਟ ਦੇ ਵਿੱਚ ਹੈਗੀਆਂ। ਇਹ ਵੀ ਸ਼ੁਰੂ ਹੋਇਆ ਹੈਗਾ ਕੰਮ, ਜਿਹਨੂੰ ਅਸੀਂ ਹਾਈਬ੍ਰਿਡ ਹੀਅਰਿੰਗਸ ਕਹਿੰਦੇ ਹੈਗੇ ਆ। ਤੇ ਜੇ ਇਹ ਤੁਹਾਨੂੰ ਰਿਕੁਐਸਟ ਕਰਨੀ ਪੈਂਦੀ ਹੈਗੀ। ਫਿਲਹਾਲ ਉਹਨਾਂ ਨੇ ਮੇਬੀ ਉਹ ਇੱਕ ਪ੍ਰੈਕਟਿਸ ਦੇ ਵਿੱਚ ਵੀ ਲੈ ਕੇ ਆਉਣਗੇ ਇਸ ਚੀਜ਼ ਨੂੰ ਵੀ ਜਿਹੜੀਆਂ ਰਿਮੋਟ ਹੀਅਰਿੰਗਸ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਰਹਿਣਗੀਆਂ, ਤੇ ਹਾਈਬ੍ਰਿਡ ਹੀਅਰਿੰਗਸ ਵੀ ਚੱਲਦੀਆਂ ਰਹਿਣਗੀਆਂ। ਪਰ ਫਿਲਹਾਲ ਹਾਲੇ ਉਸੇ ਤਰ੍ਹਾਂ ਹੀ ਸਿਸਟਮ ਚੱਲ ਰਿਹਾ, ਪਰ ਉਹ ਬੈਕ ਟੂ ਸਕੁਅਰ ਨੋਰਮਲ ਹੁੰਦਾ ਪਿਆ ਵਾ ਕੋਰਟ ਦੇ ਵਿੱਚ। ਤੇ ਤੁਹਾਨੂੰ ਆਪ ਜਾ ਕੇ ਤੁਹਾਨੂੰ ਉੱਥੇ ਪੇਸ਼ ਹੋ ਕੇ ਤੁਹਾਨੂੰ ਆਪਣੀ ਤੁਸੀਂ ਹੀਅਰਿੰਗ ਕਰਾਉਂਦੇ ਹੈਗੇ ਹੋ। ਸਾਰੀ ਚੀਜ਼ਾਂ ਇਹ ਵਾਪਸ ਆ ਰਹੀਆਂ ਹੈਗੀਆਂ ਹੌਲੀ ਹੌਲੀ, ਤੇ ਹੋਪਫੁਲੀ ਜਿੱਦਾਂ ਹੁਣ ਲੋਕਡਾਊਨ 2 ਵੀਕਾਂ ਹੋਰ ਉਹਨਾਂ ਨੇ ਵਧਾ ਦਿੱਤਾ ਹੈਗਾ, 21 ਜੂਨ ਤੋਂ ਉਹਨਾਂ ਨੇ ਮੋਹਰੇ ਕਰ ਦਿੱਤੀ ਹੈਗੀ ਆ ਡੇਟ। ਤੇ ਆਈ ਥਿੰਕ ਜਦੋਂ ਪ੍ਰੋਪਰਲੀ ਰਿਸਟ੍ਰਿਕਸ਼ਨ ਸਾਰੇ ਲਿਫਟ ਹੋ ਜਾਣਗੀਆਂ, ਮੇਬੀ 2 ਮਹੀਨੇ ਦੇ ਵਿੱਚ ਜਾਂ ਜਦੋਂ ਵੀ ਹੋਣਾ ਹੈਗਾ, ਤੇ ਹੋਪਫੁਲੀ ਉਹ ਸਾਰਾ ਕੁਝ ਜਿੱਦਾਂ ਪਹਿਲੇ ਹੁੰਦਾ ਸੀਗਾ ਉਹਦਾ ਬੈਕ ਟੂ ਸਕੁਅਰ ਵਨ ਉਹ ਹੋ ਜਾਣਾ ਹੈਗਾ ਹੁਣ ਸ਼ੋਰਟਲੀ। ਤੇ ਚੰਗੀ ਗੱਲ ਵੀ ਹੈਗੀ ਹੈ, ਕਈ ਕੇਸ ਇੱਦਾਂ ਦੇ ਵੀ ਹੈਗੇ ਆ ਜਿਹਦੇ ਵਿੱਚ ਆਪ ਜਾ ਕੇ ਪੇਸ਼ ਹੋ ਕੇ ਤੁਹਾਨੂੰ ਕਰਨਾ ਪੈਂਦਾ ਹੈਗਾ। ਉਹਦੇ ਵਿੱਚ ਜ਼ਿਆਦਾ ਤੁਹਾਡੀ ਆਥੈਂਟਿਕਸਿਟੀ ਬਣਦੀ ਹੈਗੀ, ਤੁਹਾਡੀ ਕ੍ਰੈਡੀਬਿਲਿਟੀ ਹੋ ਸ਼ੋ ਹੁੰਦੀ। ਕਈ ਚੀਜ਼ਾਂ ਇੱਦਾਂ ਦੀਆਂ ਡਿਪੈਂਡ ਕਰੂਗਾ ਕੇਸ ਟੂ ਕੇਸ। ਕਈ ਅਪੀਲਾਂ ਦੇ ਵਿੱਚ ਰਿਮੋਟਲੀ ਵੀ ਠੀਕ ਹੈ, ਮਾੜੇ ਮੋਟੇ ਇਸ਼ੂ ਹੁੰਦੇ, ਪਰ ਜਿਹੜੇ ਕੰਪਲੈਕਸ ਕੇਸਿਸ ਹੈਗੇ ਆ ਉਹਦੇ ਵਿੱਚ ਮੈਂ ਵੀ ਇਹੀ ਪ੍ਰੀਫਰ ਕਰਦਾ ਹੁੰਦਾ ਵੀ ਜੇ ਕੰਪਲੈਕਸ ਕੇਸ ਹੈਗਾ ਤੇ ਅਸੀਂ ਉਸ ਨੂੰ ਕੋਰਟ ਦੇ ਵਿੱਚ ਹੀ ਜਾ ਕੇ ਕਰੀਏ। ਤੇ ਮੈਂ ਕਾਫੀ ਰਿਕੁਐਸਟਾਂ ਕੀਤੀਆਂ ਹੈਗੀਆਂ ਅਤੇ ਟ੍ਰਾਈਬਿਊਨਲ ਨੇ, ਤੇ ਸਾਡੀਆਂ ਅਲਾਓ ਵੀ ਹੁੰਦੀਆਂ ਹੈਗੀਆਂ, ਤੇ ਤੁਹਾਨੂੰ ਪਰ ਰੀਜ਼ਨਸ ਦੇਣੇ ਪੈਂਦੇ ਹੈਗੇ। ਜੇ ਕੋਰਟ ਕਹਿ ਦਿੰਦਾ ਵੀ ਅਸੀਂ ਰਿਮੋਟ ਦੀ ਕਰਨੀ ਹੈ ਤੇ ਤੁਸੀਂ ਜਾਣਾ ਹੈਗਾ, ਤਾਂ ਤੁਹਾਨੂੰ ਰੀਜ਼ਨ ਦੇਣੇ ਪੈਂਦੇ, ਇਹ ਡਿਪੈਂਡ ਕਰਦਾ ਹੈਗਾ। ਬਾਅਦ ਵਿੱਚ ਜਦੋਂ ਕੇਸ ਹੁੰਦਾ ਤੁਸੀਂ ਵੁੱਡ ਯੂ ਐਡਵਾਈਸ ਕਿੱਦਾਂ ਕਰੋਗੇ ਕਿ ਇਜ਼ ਇਟ ਬੈਟਰ ਕਿ ਤੁਹਾਡੀ ਕੋਰਟ ਹੀਅਰਿੰਗ ਹੋਣੀ ਚਾਹੀਦੀ ਕਿ ਤੁਸੀਂ ਵੀਡੀਓ ਲਿੰਕ ਦੇ ਨਾਲ ਕਰੋ? ਵਿਚ ਇਜ਼ ਬੈਟਰ ਕਿ ਕਿਸ ਤਰ੍ਹਾਂ? ਮੇਰੇ ਹਿਸਾਬ ਨਾਲ ਅਗਰ ਬੰਦਾ ਕੋਰਟ 'ਚ ਜਾਂਦਾ ਪ੍ਰੈਜੈਂਟੇਸ਼ਨ ਬੈਟਰ ਹੁੰਦੀ ਹੈ ਉੱਥੇ। ਹਾਂਜੀ, ਮੈਂ ਇਹੋ ਹੀ ਐਕਸਪਲੇਨ ਕਰ ਰਿਹਾ ਸੀਗਾ ਵੀ ਜੇ ਤੁਸੀਂ ਡਿਪੈਂਡ ਕਰੂਗਾ ਨੇਚਰ ਆਫ ਅਪੀਲ ਤੇ, ਉਹਦੀ ਨੇਚਰ ਕੀ ਹੈਗੀ ਆ, ਹਨਾ। ਤੇ ਐਜ਼ ਲੌਂਗ ਐਜ਼ ਤੁਸੀਂ ਜੇ ਤੁਹਾਡਾ ਕੋਈ ਮਾਈਨਰ ਜਿਹਾ ਇਸ਼ੂ ਹੈਗਾ ਰਿਮੋਟਲੀ ਇਜ਼ ਫਾਈਨ। ਅਦਰਵਾਈਜ਼ ਜੇ ਤੁਹਾਨੂੰ ਲੱਗਦਾ ਹੈਗਾ ਵੀ ਇਹ ਤੁਹਾਡੇ ਲਈ ਬੈਸਟ ਇੰਟਰਸਟ ਨਹੀਂ ਹੋਊਗਾ ਕਲਾਇੰਟ ਦਾ, ਤੇ ਤੁਸੀਂ ਕੋਰਟ 'ਚ ਜਾ ਕੇ ਹੀ ਵਧੀਆ ਰਹਿੰਦਾ ਹੈਗਾ। ਪਰ ਆਈ ਵੁੱਡ ਪ੍ਰੀਫਰ ਟੂ ਗੋ ਟੂ ਕੋਰਟ। ਮੈਂ ਉੱਥੇ ਜ਼ਿਆਦਾ ਪ੍ਰੀਫਰ ਕਰਦੇ ਹੈਗੇ ਅਸੀਂ, ਜੇ ਕਿਉਂਕਿ ਉੱਥੇ ਫੇਸ ਟੂ ਫੇਸ ਹੁੰਦਾ ਆ, ਤੁਸੀਂ ਬੈਰਿਸਟਰ ਨੂੰ ਮਿਲ ਸਕਦੇ ਹੈਗੇ, ਕਾਨਫਰੰਸ ਕਰ ਸਕਦੇ ਹੈਗੇ, ਈਜ਼ੀ ਹੈ। ਹਾਂਜੀ, ਬਿਲਕੁਲ। ਓਬਵੀਅਸਲੀ ਬਾਜੀ ਜਦੋਂ ਤੁਸੀਂ ਫੇਸ ਟੂ ਫੇਸ ਮਿਲਦੇ ਹੋ ਨਾ, ਤੇ ਉਹ ਬੰਦਾ ਜੱਜ ਜਿਹੜਾ ਹੁੰਦਾ ਤੁਹਾਡੀ ਫੇਸ ਰੀਡ ਕਰਦਾ, ਤੁਹਾਨੂੰ ਦੇਖਦਾ ਕਿ ਤੁਸੀਂ ਕਿੱਦਾਂ ਦੇ ਬੰਦੇ ਹੋ, ਬੜੇ ਉਹ ਡਿਸੀਜਨ ਬਣਾ ਸਕਦਾ ਤੁਹਾਡੀ ਪਰਸਨੈਲਿਟੀ ਦੇਖ ਕੇ। ਤੇ ਬਾਡੀ ਲੈਂਗੁਏਜ ਮੈਟਰਸ, ਕਈ ਚੀਜ਼ਾਂ ਹੁੰਦੀਆਂ। ਥੋੜਾ ਰੋਡ ਵਰਗਾ ਮੂੰਹ ਬਣਾ ਕੇ, ਸਾਈਡ ਜਿਹਾ ਮੂੰਹ ਬਣਾ ਕੇ, ਸ਼ਾਇਦ ਹੀ ਮਾਈਟ ਫੀਲ ਸੌਰੀ, ਤੇ ਥੋੜੀ ਈਜ਼ੀ ਹੋ ਸਕਦਾ। ਪਰ ਮੇ ਬੀ ਅਮੋਦਾ ਜੋ ਕਰਦਾ ਪਿਆ ਜ਼ਰੂਰੀ ਨਹੀਂ ਹੁੰਦਾ, ਲੇਕਿਨ ਇੱਕ ਗੱਲ ਹੁੰਦੀ ਹੈ, ਅਗਰ ਤੁਸੀਂ ਅੱਛਾ ਬੋਲ ਸਕਦੇ ਹੋ, ਤੁਸੀਂ ਕੋਰਟ ਦੇ ਸਾਹਮਣੇ ਜਾ ਕੇ ਆਪਣੀ ਪ੍ਰੈਜੈਂਟੇਸ਼ਨ ਕਰਨੀ ਚਾਹੁੰਦੇ ਹੋ, ਇਟ ਇਜ਼ ਆਲਵੇਜ਼ ਬੈਟਰ ਕਿ ਤੁਸੀਂ ਐਕਸਪਲੇਨ ਕਰ ਸਕਦੇ ਹੋ। ਵੀਡੀਓ ਕਾਲਿੰਗ ਦੇ ਵਿੱਚ ਉਹ ਗੱਲ ਨਹੀਂ ਬਣਦੀ। ਹੁਣ ਮੈਂ ਜੇ ਤੁਹਾਨੂੰ ਆਪਣਾ ਮੇਰਾ ਹੁਣ ਐਗਜ਼ਾਮਪਲ ਦੱਸਦਾ, ਅੱਜ ਇਕਬਾਲਦੀਪ ਜੀ ਸਟੂਡੀਓ ਨੇ ਆਏ, ਅਸੀਂ ਆਪਣੇ ਵੀਡੀਓ ਲਿੰਕ ਦੇ ਥਰੂ ਗੱਲ ਕਰਦੇ ਹਾਂ। ਜੋ ਸਟੂਡੀਓ 'ਚ ਬੈਠ ਕੇ ਗੱਲਬਾਤ ਹੁੰਦੀ ਨਾ, ਉਹ ਸੇਮ ਚੀਜ਼ ਨਹੀਂ ਹੁੰਦੀ, ਬਿਕੋਜ਼ ਇੱਕ ਲਿੰਕ ਨਹੀਂ ਬਣਦਾ, ਕੰਟੀਨਿਊਟੀ ਨਹੀਂ ਹੁੰਦੀ ਸਾਡੇ ਦੋਨਾਂ ਦੇ ਵਿੱਚ। ਪਰ ਫਿਰ ਵੀ ਅਸੀਂ ਸ਼ੋਅ ਲੈ ਕੇ ਆਉਂਦੇ ਹਾਂ, ਚਾਹੇ ਅਸੀਂ ਵੀਡੀਓ ਲਿੰਕ ਦੇ ਥਰੂ ਕਰੀਏ ਜਾਂ ਅਸੀਂ ਸਟੂਡੀਓ ਬੈਠ ਕੇ ਲਾਈਵ ਕਰੀਏ,
एवरी मंडे हापा 6 to 7 o'clock शो होंगे प्लीज़ तुम वॉच करो ऑन निकाल चैनल Sky 770 बड़ा इन्फॉर्मेटिव बड़ा एजुकेशनल शो फिर तो सू पता लगता कि लाइना बिजी है ने जल भी मेजोरिटी लोग कॉल करते हैं बड़े शाही होंगे ने फॉर वट एवर रीजन वो नहीं चाहते कि असं ऑन एयर गल्लां करिए बाकी दूजी गल मैं हमेशा कहना ना अगर तुम अपना नाम नहीं दसना चाहते तुम ना दसो बेशक दी दिस इज एज अ पोलाइटनेस मैं पूछना पैंदा और तुम किसी के बिहाफ से कॉल करके भी सवाल पूछ सकते हो 0121551100 ते कॉल करो प्लीज़ लेट्स मेक दिस इंटरलिंक करके अपने प्रोग्राम इंटरेस्टिंग बनाइए तो अच्छा लगता इकबालदीप जी जो दूसरी क्वेश्चन है जो NGOs है दे कैन नाउ अप्लाई फॉर द EU सेटलमेंट स्कीम एप्लीकेशन फॉर्म फ्री मूवमेंट का ਉਹਦਾ ਕੀ ਹਿਸਾਬ ਹੈਗਾ ਹਾਂਜੀ ਇਹ ਵੀ ਬੜਾ ਇੰਪੋਰਟੈਂਟ ਕਵਰੇਜ ਮੈਂ ਆਮ ਗਲੈਡ ਯੂ ਆਸਕਡ ਇਹ ਹੈਗਾ ਵੀ ਇਹ ਵੀ ਪਹਿਲੇ ਨਾਲ ਹੀ ਕਨੈਕਟਡ ਹੈਗਾ ਵੀ ਜਿਹੜੇ ਜ਼ਿਮਰਾਨੋ ਦੇ ਕੇਸ ਜਿਹੜੇ ਹੈਗੇ ਆ ਜਿਹੜੇ ਕਿ ਕੇਰਲ ਦੇ ਬੇਸਿਸ ਦੇ ਉੱਤੇ ਕਈ ਚੈਨ ਕੇਸ ਹੈਗੇ ਕਈ ਕੇਸ ਕੈਟਾਗਰੀਜ਼ ਜਿਹੜੀਆਂ ਹੈਗੀਆਂ ਉਹ ਉਹਨਾਂ ਨੇ EU ਸੈਟਲਮੈਂਟ ਸਕੀਮ ਦੇ ਅੰਡਰ ਬੜੀਆਂ ਪ੍ਰੋਬਲਮਸ ਆ ਰਹੀਆਂ ਸੀਗੀਆਂ ਕਿਉਂਕਿ ਕਈ ਬੰਦੇ ਐਸੇ ਵੀ ਹੈਗੇ ਭਾਵੇਂ EU ਜਿਹੜੀ ਸੈਟਲਮੈਂਟ ਸਕੀਮ ਜਿਹੜੀ ਹੈਗੀ ਉਹ ਯੂਰੋਪੀਅਨਸ ਵਾਸਤੇ ਹੈਗੀ ਜਿਹਨਾਂ ਕੋਲ ਯੂਰੋਪੀਅਨ ਪਾਸਪੋਰਟਸ ਹੈਗੇ ਪਰ ਕਈ ਕੈਟਾਗਰੀਜ਼ ਐਸੀਆਂ ਹੈਗੀਆਂ ਜਿਹੜੇ ਕਿ ਨੋਨ ਯੂਰੋਪੀਅਨਸ ਹੈਗੇ ਆ ਪਰ ਉਹਨਾਂ ਨੂੰ ਜਿਹੜੀ ਸਟੇ ਮਿਲੀ ਹੈਗੀ ਆ ਉਹਨਾਂ ਨੂੰ ਯੂਰੋਪੀਅਨ ਲਾਅ ਦੇ ਅੰਦਰ ਮਿਲੀ ਹੈਗੀ ਬ੍ਰੈਗਜ਼ਿਟ ਤੋਂ ਪਹਿਲੇ ਜਿਹਦੇ ਵਿੱਚ EU ਸੈਟਲਮੈਂਟ ਸਕੀਮ ਦੇ ਵਿੱਚ ਜਾ ਕੇ ਅਪਲਾਈ ਕਰਨ ਲਈ ਬੜੀ ਪ੍ਰੋਬਲਮ ਆਉਂਦੀ ਹੈਗੀ ਆ ਕਿਉਂਕਿ ਟੈਕਨੀਕਲ ਇਸ਼ੂਜ਼ ਹੁੰਦੇ ਆ ਕਾਫੀ ਆਨਲਾਈਨ ਸਿਸਟਮ ਦੇ ਵਿੱਚ ਉਹਨਾਂ ਵਾਸਤੇ ਹੋਮ ਆਫਿਸ ਨੇ ਇੱਕ ਬੜੀ ਵੈਲਕਮਿੰਗ ਇੱਕ ਪ੍ਰਪੋਜ਼ਲ ਕੱਢਿਆ ਹੈਗਾ ਵੀ ਜਿਹੜੇ ਬੰਦੇ ਇਸ ਤਰ੍ਹਾਂ ਦੇ ਸਿਚੁਏਸ਼ਨ ਦੇ ਵਿੱਚ ਹੈਗੇ ਆ ਤੇ ਉਹ ਇੱਕ ਉਹਨਾਂ ਨੇ ਇੱਕ ਡੈਜ਼ਿਗਨੇਟਡ ਇੱਕ ਈਮੇਲ ਐਡਰੈਸ ਬਣਾਇਆ ਹੈਗਾ ਜਿਹਦੇ ਵਿੱਚ ਜੇ ਤੁਸੀਂ ਆਨਲਾਈਨ ਨਹੀਂ ਅਪਲਾਈ ਕਰ ਸਕਦੇ ਹੈਗੇ ਤੁਸੀਂ ਆਨਲਾਈਨ ਜਾ ਕੇ ਈਮੇਲ ਦੇ ਉੱਤੇ ਤੁਸੀਂ ਆਪਣੇ ਸਰਕਮਸਟੈਂਸਸ ਉਹਨਾਂ ਨੂੰ ਦੱਸ ਕੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੈਗੇ ਹੋ ਵੀ ਤੁਹਾਨੂੰ ਇੱਕ ਪਾਰਟਿਕੂਲਰ ਐਪਲੀਕੇਸ਼ਨ ਫਾਰਮ ਦਿੱਤਾ ਜਾਵੇ ਜਿੱਦਾਂ ਮੈਂ ਜ਼ਿਮਰਾਨੋ ਕੇਸਾਂ ਦੀ ਗੱਲ ਕੀਤੀ ਸੀ ਕਿਉਂਕਿ ਜ਼ਿਮਰਾਨੋ ਦੇ ਵਿੱਚ ਜਿਹੜੇ ਕੇਰਲ ਜਿਹੜੇ 5 ਸਾਲ ਦੇ ਰੂਟ ਤੇ ਜਾਣਾ ਚਾਹੁੰਦੇ ਹੈਗੇ ਆ ਉਹਦੇ ਆਨਲਾਈਨ ਸਿਸਟਮ ਹੱਲੇ ਸੀਗਾ ਨਹੀਂ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਟੈਕਨੀਕਲੀ ਨਹੀਂ ਸੀ ਹੋ ਰਿਹਾ ਪਰ ਹੁਣ ਇਸ ਕਰਕੇ ਹੁਣ ਉਹਨਾਂ ਨੂੰ ਐਪਲੀਕੇਸ਼ਨ ਫਾਰਮ ਰਿਕੁਐਸਟ ਕਰ ਦੇਣ ਤੇ ਤੁਹਾਨੂੰ ਉਹਨਾਂ ਨੇ ਪਹਿਲੇ ਪੋਸਟਲ ਸਿਸਟਮ ਸੀਗਾ ਤੇ ਹੁਣ ਉਹਨਾਂ ਨੇ ਫਾਸਟ ਕਿਉਂਕਿ ਡੈਡਲਾਈਨ ਕਾਫੀ ਫਾਸਟ ਆ ਰਹੀ ਹੈਗੀ ਆ ਮੈਂ ਸਭ ਨੂੰ ਯਾਦ ਕਰਾਉਣਾ ਚਾਹੁੰਦਾ ਹੈਗਾ ਆ ਵੀ ਜਿਹੜੀ EU ਸੈਟਲਮੈਂਟ ਸਕੀਮ ਦੀ ਜਿਹੜੀ ਡੈਡਲਾਈਨ ਹੈਗੀ ਉਹ 30 ਜੂਨ ਹੈਗੀ 30 ਜੂਨ ਤੋਂ ਬਾਅਦ ਇਹਦੇ ਵਿੱਚ ਕੇਸ ਜੇ ਅਨਲੈਸ ਇਹ ਐਕਸਟੈਂਡ ਕਰਨ ਤੇ ਇੱਕ ਗੱਲ ਵੱਖਰੀ ਹੈਗੀ ਆ ਪਰ 30 ਜੂਨ ਤੋਂ ਬਾਅਦ ਇਸ ਸਕੀਮ ਜਿਹੜੀ ਹੈਗੀ ਉਹ ਪ੍ਰੋਪਰਲੀ ਕਲੋਜ਼ ਹੋ ਜਾਣੀ ਹੈਗੀ ਆਨਲਾਈਨ ਸਿਸਟਮ ਬੰਦ ਹੋ ਜਾਣਾ ਹੈਗਾ ਅਨਲੈਸ ਜੇ ਇਹ ਐਕਸਟੈਂਡ ਕਰਨ ਮੈਨੂੰ ਲੱਗਦਾ ਹੈਗਾ ਵੀ ਇੱਕ ਦੋ ਕੈਟਾਗਰੀ ਜਿਹੜੀ ਹੁਣ ਜ਼ਿਮਰਾਨੋ ਦੀ ਜੇ ਅਸੀਂ ਗੱਲ ਕਰੀਏ ਕਿਉਂਕਿ ਇਹਦੇ ਵਿੱਚ ਹਾਈ ਕੋਰਟ ਦੀ ਜੱਜਮੈਂਟ ਹੁਣ ਆਈ ਹੈਗੀ ਆ ਇਹਦੇ ਵਿੱਚ ਪੋਸੀਬਿਲਿਟੀ ਹੋਏਗੀ ਵੀ 30 ਜੂਨ ਤੋਂ ਅੱਗੇ ਵੀ ਜੇ ਵੱਧ ਸਕੇ ਪਰ ਹਾਲੇ ਸ਼ੋਰ ਨਹੀਂਗਾ ਪਰ ਜੇ ਕੋਈ ਵੀ ਇਸ ਕੈਟਾਗਰੀ ਦੇ ਵਿੱਚ ਆਉਂਦਾ ਹੈਗਾ ਜਲਦੀ ਤੋਂ ਜਲਦੀ ਆਪਣੀ ਐਪਲੀਕੇਸ਼ਨ 30 ਜੂਨ ਤੋਂ ਪਹਿਲੇ ਉੱਥੇ ਦੇਣ ਦੀ ਤੁਸੀਂ ਕੋਸ਼ਿਸ਼ ਕਰੋ ਤੇ ਜੇ ਨਹੀਂ ਤਾਂ ਐਪਲੀਕੇਸ਼ਨ ਫਾਰਮਸ ਵੀ ਅਵੇਲੇਬਲ ਹੈਗੇ ਆ ਹੁਣ ਤੁਸੀਂ ਉੱਥੇ ਜਾਓ ਇਸੇ ਪਲੇਟਫਾਰਮ ਦੇ ਥਰੂ ਅਕਾਲ ਚੈਨਲ ਦੇ ਅਸੀਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੇ ਹੈਗੇ ਆ ਵੀ ਡੈਡਲਾਈਨ 30 ਜੂਨ ਹੈਗੀ ਆ ਅਨਲੈਸ ਇਟ ਗੈਟਸ ਐਕਸਟੈਂਡਡ ਤੇ ਤੁਸੀਂ ਆਪਣਾ ਅਪਲਾਈ ਕਰੋ ਇਸ ਕੈਟਾਗਰੀ ਦੇ ਵਿੱਚ ਆਪਣੀ ਕੇਸ ਦੀ ਅਸੈਸਮੈਂਟ ਕਰਾਓ ਪਾਰਟਿਕੂਲਰਲੀ ਜਿਹੜੇ ਸਿੰਗਲ ਜਿਹੜੇ ਪੇਰੈਂਟਸ ਜਿਹੜੇ ਹੈਗੇ ਜਿਹੜੇ ਕਿ ਸਿੰਗਲ ਮਦਰ ਹੋ ਸਕਦੀ ਹੈ ਜਾਂ ਇੱਕ ਸੋਲ ਪੇਰੈਂਟ ਹੋ ਸਕਦਾ ਜੇ ਤੁਸੀਂ ਆਲਰੇਡੀ ਕੈਟਾਗਰੀ ਦੇ ਵਿੱਚ ਹੈਗੇ ਹੋ ਮੇ ਬੀ ਤੁਸੀਂ ਇਸ ਦੇ ਵਿੱਚ ਸਵਿਚ ਕਰਕੇ ਆਪਣੀ ਇੰਡੈਫੀਨਿਟ ਮੈਂ ਜਲਦੀ ਕਰਾ ਸਕਦੇ ਹੈਗੇ ਪਰ ਹਰ ਚੀਜ਼ ਡਿਪੈਂਡ ਕਰੂਗੀ ਤੁਹਾਡੇ ਹਾਲਾਤਾਂ ਦੇ ਉੱਤੇ ਇਟਸ ਨਾਟ ਸਟ੍ਰੇਟ ਫੋਰਵਰਡ ਟੈਕਨੀਕਲ ਹੈਗਾ ਕਾਫੀ ਤੇ ਡਿਪੈਂਡ ਕਰੇਗਾ ਤੁਹਾਡੇ ਪਰਟੀਕੂਲਰ ਕੇਸ ਦੇ ਉੱਤੇ ਤੇ ਇਹੀ ਮੇਰੀ ਸਲਾਹ ਹੈਗੀ ਆ ਪਰ ਜੇ ਕੋਈ ਭੈਣ ਭਰਾ ਯੂਰੋਪੀਅਨ ਯੂਨੀਅਨ ਤੋਂ ਆਇਆ ਹੈਗਾ 31 ਦਸੰਬਰ ਤੋਂ ਪਹਿਲੇ ਉਹ ਆਇਆ ਹੈਗਾ ਜਾਂ ਉਹ 31 ਦਸੰਬਰ ਤੋਂ ਪਹਿਲੇ ਆਇਆ ਉਹਦਾ ਕੋਈ ਫੈਮਿਲੀ ਮੈਂਬਰ ਜਿਹੜੀ ਕੈਟਾਗਰੀ 'ਚ ਜਿੱਦਾਂ ਹੁਣ ਮਾਂ-ਬਾਪ ਹੋ ਗਏ ਬੱਚੇ ਹੋ ਗਏ ਤੁਹਾਡੀ ਵਾਈਫ ਹੋ ਗਈ ਤੇ ਤੁਸੀਂ 31 ਦਸੰਬਰ ਤੋਂ ਬਾਅਦ ਉਹ ਤੇ ਤੁਹਾਡੇ ਹੈਗੇ ਤੇ ਤੁਸੀਂ ਉਹਨਾਂ ਨੂੰ 30 ਜੂਨ ਤੋਂ ਪਹਿਲੇ ਆਪਣੀ ਉਹਨਾਂ ਦੀ ਐਪਲੀਕੇਸ਼ਨ ਐਜ਼ ਅ ਫੈਮਿਲੀ ਮੈਂਬਰ ਉਹਦੀ ਦੇ ਕੇ EUS ਸਕੀਮ ਦੇ ਅੰਦਰ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਸਕਦੇ ਹੈਗੇ ਹੋ ਧਿਆਨ ਰੱਖਿਓ ਇਹਦੀ ਡੈਡਲਾਈਨ 30 ਜੂਨ ਹੈਗੀ ਆ ਸਿਰਫ 16 ਦਿਨ ਹੋਰ ਹੈਗੇ ਆ ਮੈਂ ਉਮੀਦ ਕਰਦਾ ਹੈਗਾ ਵੀ ਜਿਹੜੇ ਹੁਣ ਰੀਸੈਂਟ ਜੱਜਮੈਂਟ ਆਈ ਹੈਗੀ ਇਹ ਇਸ ਕੈਟਾਗਰੀ ਨੂੰ ਇਹਨਾਂ ਦੀ ਜਿਹੜੀ ਡੈਡਲਾਈਨ ਇਹ ਵਧਾਉਣਗੇ ਕਿਉਂਕਿ ਇਹਦੀ ਗੱਲਬਾਤ ਚੱਲ ਰਹੀ ਹੈਗੀ ਆ ਨੋਟੀਫਿਕੇਸ਼ਨ ਆਈ ਹੈਗੀ ਆ ਪਰ ਹਾਲੇ ਸ਼ੋਰ ਨਹੀਂ ਹੈਗਾ ਉਹਨਾਂ ਨੇ ਕੋਈ ਅਨਾਉਂਸਮੈਂਟ ਅਫੀਸ਼ੀਅਲ ਕੋਈ ਅਨਾਉਂਸਮੈਂਟ ਨਹੀਂ ਹੈਗੀ ਪਰ ਮੈਂ ਉਮੀਦ ਕਰਦਾ ਹੈਗਾ ਵੀ ਇਹ ਜਿਹੜੀ ਡੈਡਲਾਈਨ ਵਧੂਗੀ ਜ਼ਿਮਰਾਨੋ ਕੇਸਾਂ ਦੇ ਵਿੱਚ बड़ा इंपॉर्टेंट गल है देखो मैं हमेशा कहना काल चैनल वॉच करो इकबालदीप ने तो दस 30 जून तक उन्होंने किया एक्सटेंड किया है लेकिन यू नो इदा दी चीज़ा तुहानूं कई दफ़ा न्यूज़ नहीं पता लगदे पेपर च नहीं हुंदा इंग्लिश न्यूज़ तुहानूं इदा दी गल्लां नहीं दसदे ऑलवेज जिद्दां साडा काल चैनल हमेशा कोशिश करदा जो भी अच्छे तो अच्छी न्यूज़ हुंदी जिहड़ी भी तुहानूं इफैक्ट करदी है स्पैशली कंसर्निंग विद इमीग्रेशन लॉ दे नाल
ਉਹ ਤੁਹਾਡੇ ਪਾਸੇ ਅਸੀਂ ਹਮੇਸ਼ਾ ਐਵਰੀ ਮੰਡੇ ਆਪਾਂ 6 to 7 ਲੈ ਕੇ ਆਉਂਦੇ ਹਾਂ। ਤੇ ਅਕਬਰਦੀਪ ਜੀ ਬੇਸ਼ੱਕ ਇਹਨਾਂ ਨੇ ਇੱਕ ਬੜੇ ਫੇਅਰ ਹੁੰਦੇ ਨੇ ਬਿਕੋਜ਼ ਉਹਨਾਂ ਨੇ ਤੁਹਾਨੂੰ ਡੈਡਲਾਈਨ ਵੀ ਦਿੱਤੀ ਹੈ, ਸੋ ਦੇਰ ਇਜ਼ ਇਨਫ ਟਾਈਮ ਟੂ ਪੀਪਲ, ਕੋਈ ਐਕਸਕਿਊਜ਼ ਨਹੀਂ ਹੋ ਸਕਦੀ। ਐਜ਼ ਲੌਂਗ ਐਜ਼ 30 ਜੂਨ ਤੋਂ ਪਹਿਲਾਂ ਐਪਲੀਕੇਸ਼ਨ ਚਲੇ ਜਾਏ, ਉਦੋਂ ਬਾਅਦ ਜਿੰਨਾ ਮਰਜ਼ੀ ਟਾਈਮ ਲੱਗੇ ਡਜ਼ਨਟ ਮੈਟਰ, ਬਟ ਦ ਐਪਲੀਕੇਸ਼ਨ ਹੈਵ ਟੂ ਰੀਚ ਬਿਫੋਰ ਦ 30th। ਹਾਂਜੀ, ਉਹ ਇਦਾਂ ਆ ਵੀ ਉਹਨਾਂ ਨੇ 30 ਜੂਨ ਕੱਢੀ ਹੈਗੀ ਆ, ਪਰ ਇੱਕ ਚੀਜ਼ ਉਹਨਾਂ ਨੇ ਆਲਰੇਡੀ ਇੱਕ ਅਨਾਉਂਸ ਕੀਤੀ ਹੈਗੀ ਆ, ਉਹ ਆਪਰੇਸ਼ਨਲ ਕਿੱਦਾਂ ਹੋਊਗੀ ਇਹਦੇ ਬਾਰੇ 30 ਤੋਂ ਬਾਅਦ ਪਤਾ ਲੱਗੂਗਾ। ਵੀ ਜੇ ਤੁਸੀਂ 30 ਜੂਨ ਤੋਂ ਪਹਿਲੇ ਜੇ ਨਹੀਂ ਕਰ ਪਾਉਂਦੇ ਹੈਗੇ ਤੇ 30 ਜੂਨ ਤੋਂ ਬਾਅਦ ਵੀ ਪੋਸੀਬਿਲਿਟੀ ਹੈਗੀ, ਪਰ ਤੁਹਾਨੂੰ ਉਹਦੇ ਵਿੱਚ ਰੀਜ਼ਨ ਦੇਣਾ ਪੈਣਾ ਹੈਗਾ, ਤੁਹਾਨੂੰ ਉਹਨਾਂ ਰੀਜ਼ਨ ਤੁਹਾਨੂੰ ਦੇਣਾ ਪੈਣਾ, ਵਾਈ ਕੁਡ ਯੂ ਨਾਟ ਅਪਲਾਈ ਬਿਫੋਰ 30th। ਤੁਸੀਂ 30 ਜੂਨ ਤੋਂ ਪਹਿਲੇ ਤੁਸੀਂ ਕਿਉਂ ਨਹੀਂ ਅਪਲਾਈ ਕਰ ਸਕੇ, ਤੁਹਾਨੂੰ ਉਹਦਾ ਗੁੱਡ ਰੀਜ਼ਨ ਦੇਣਾ ਪੈਣਾ, ਓਨਲੀ ਦੈਨ ਤੁਹਾਡੀ ਐਪਲੀਕੇਸ਼ਨ ਐਕਸੈਪਟ ਹੋਊਗੀ। ਜਿਹੜੇ ਗੁੱਡ ਰੀਜ਼ਨ ਦੇ ਵਿੱਚ ਉਹਨਾਂ ਨੇ ਐਗਜ਼ਾਮਪਲਸ ਵੀ ਦਿੱਤੇ ਹੈਗੇ, ਫੋਰ ਐਗਜ਼ਾਮਪਲ ਕਿਸੇ ਦੀ ਮੈਡੀਕਲ ਹੋ ਸਕਦੀ, ਜਾਂ ਪਾਸਪੋਰਟ ਤੁਹਾਡਾ ਨਹੀਂ ਹੋ ਸਕਦਾ, ਜਾਂ ਕਈ ਚੀਜ਼ਾਂ ਉਹਨਾਂ ਨੇ ਐਗਜ਼ਾਮਪਲ ਤੌਰ ਤੇ ਦਿੱਤੀਆਂ ਹੈਗੀਆਂ। ਤੇ ਜੇ ਤੁਸੀਂ 30 ਜੂਨ ਤੋਂ ਜੇ ਬਾਅਦ ਅਪਲਾਈ ਕਰਦੇ ਹੈਗੇ ਪੋਸੀਬਲ ਹੈਗਾ, ਪਰ ਇਟਸ ਨਾਟ ਗੋਇੰਗ ਟੂ ਬੀ ਸਟ੍ਰੇਟ ਫੋਰਵਰਡ ਤੁਹਾਨੂੰ, ਪਰ ਉਹਦੇ ਵਿੱਚ ਰੀਜ਼ਨ ਦੇਣੇ ਪੈਣੇ ਹੈਗੇ ਆ, ਜਿਹਦੇ ਕਿ ਓਨਸ ਜਿਹੜਾ ਹੈਗਾ ਐਪਲੀਕੈਂਟ ਤੇ ਹੋਣਾ ਵੀ ਸੈਟੀਸਫਾਈ ਕਰਨ ਦਾ ਕਿਉਂ ਨਹੀਂ ਉਹ ਅਪਲਾਈ ਕਰ ਸਕੇ ਹੈਗੇ। ਪਰ ਕਰਕਸ ਆਫ ਦਾ ਪੁਆਇੰਟ ਇਜ਼ ਕਿ ਆਪਣਾ ਜੇ ਤੁਸੀਂ 30 ਤੋਂ ਪਹਿਲੇ ਕਰ ਸਕਦੇ, ਇਟਸ ਉਹ ਜ਼ਰੂਰੀ ਹੈਗਾ, ਕਾਨੂੰਨ ਇਹ ਕਹਿੰਦਾ ਹੈਗਾ 30 ਤੋਂ ਬਾਅਦ ਤੁਹਾਡੇ ਹੋਰ ਡਿਫਿਕਲਟੀਜ਼ ਆ ਜਾਣੀਆਂ ਹੈਗੀਆਂ। ਤੇ ਇਸ ਕਰਕੇ ਆਪਣਾ ਤੁਸੀਂ ਵੱਧ ਤੋਂ ਵੱਧ ਆਪਣੀ ਐਡਵਾਈਸ ਲਓ, ਪਰਟੀਕੂਲਰਲੀ ਜਿਹੜੇ ਪ੍ਰਾਇਮਰੀ ਕੇਅਰਰਸ ਜਿਹੜੇ ਹੈਗੇ ਆ ਬੱਚਿਆਂ ਦੇ, ਬ੍ਰਿਟਿਸ਼ ਸਿਟੀਜ਼ਨਸ ਦੇ, ਨਾਨ EU ਨੈਸ਼ਨਲਸ ਦੇ ਜਿਹੜੇ ਹੈਗੇ ਆ ਬੱਚੇ, ਉਹਨਾਂ ਨੂੰ ਇਕੱਲੇ ਲੁੱਕ ਆਫਟਰ ਕਰਦੇ ਹੈਗੇ ਆ। ਤੇ ਬਾਕੀ ਇਹਦੇ ਵਿੱਚ ਇਹ ਜਿਹੜੀ ਚੀਜ਼ਾਂ ਹੈਗੀਆਂ ਬੜੀਆਂ ਇੰਪੋਰਟੈਂਟ ਹੈਗੀਆਂ, ਤੇ ਲੀਗਲ ਐਡਵਾਈਸ ਬੜੀ ਇੰਪੋਰਟੈਂਟ ਹੈਗੀ ਇਹਦੇ ਵਿੱਚ। ਤੇ ਹਾਲੇ ਕਿਉਂਕਿ ਇਹ ਨਵੀਂ ਜੱਜਮੈਂਟ ਹੈਗੀ ਆ, ਇਹਦੇ ਵਿੱਚ ਕਾਫੀ ਕੁਛ ਹਾਲੇ ਨਿਕਲਣਾ ਹੈਗਾ ਆ, ਤੇ ਜਿਹੜਾ ਕਿ ਮੈਂ ਨੈਕਸਟ ਸ਼ੋਅ ਦੇ ਵਿੱਚ ਅਸੀਂ ਕਵਰ ਕਰਾਂਗੇ। ਪਰ ਕਾਫੀ ਇੰਪੋਰਟੈਂਟ ਪੁਆਇੰਟਸ ਇਹਦੇ ਵਿੱਚ ਹੈਗੇ ਆ ਵੀ ਹਰ ਇੱਕ ਲਈ ਸੂਟੇਬਲ ਨਹੀਂ ਹੈਗਾ, ਪਰ ਕਈਆਂ ਲਈ ਸੂਟੇਬਲ ਵੀ ਹੋਊਗਾ। ਇਕਬਾਲ ਜੀ ਜਦੋਂ ਤੁਸੀਂ ਕਹਿੰਦੇ ਹੋ ਕਿ ਬੰਦਾ ਐਪਲੀਕੇਸ਼ਨ ਫਾਰਮ ਪਾ ਕੇ ਆਪਣਾ ਗੁੱਡ ਰੀਜ਼ਨ ਦੇ ਦੇਵੇ, ਹੁਣ ਕਈ ਦਫਾ ਰੀਜ਼ਨ ਹੁੰਦੇ ਜਦ ਤੱਕ ਤੁਸੀਂ ਵਕੀਲ ਦੀ ਐਡਵਾਈਸ ਨਹੀਂ ਲੈਂਦੇ ਕਿ ਕਿਹੜਾ ਰੀਜ਼ਨ ਚੱਲੇਗਾ ਨਹੀਂ ਚੱਲੇਗਾ, ਮੈਂ ਤਾਂ ਹਮੇਸ਼ਾ ਐਡਵਾਈਸ ਕਰ ਦਿੰਦਾ ਕਿ ਤੁਸੀਂ ਆਪਣਾ ਨਾ ਕਰਿਓ, ਹਮੇਸ਼ਾ ਹੀ ਕੋਸ਼ਿਸ਼ ਕਰੋ ਐਡਵਾਈਸ ਲਵੋ, ਕਿਉਂਕਿ ਇਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਦਾ ਅੱਛਾ ਜਿਹੜਾ ਰੀਜ਼ਨ ਦੋਗੇ ਉਹ ਚੱਲੇਗਾ ਕਿ ਜਿਹੜਾ ਨਹੀਂ ਚੱਲੇਗਾ, ਕਿਉਂਕਿ ਬੜਾ ਇੰਪੋਰਟੈਂਟ ਹੁੰਦਾ। ਦੈਟਸ ਵਾਈ ਦਿਸ ਪੀਪਲ ਆਰ ਸਿਟਿੰਗ ਦੇਅਰ। ਐਸੇ ਕਰਕੇ ਅਸੀਂ ਸ਼ੋਅ ਕਰਦੇ ਹਾਂ ਤਾਂ ਕਿ ਤੁਸੀਂ ਕੋਈ ਗਲਤੀ ਨਾ ਕਰ ਬੈਠੋ, ਇੱਕ ਦਫਾ ਰਿਜੈਕਸ਼ਨ ਹੋ ਜਾਏ ਫਿਰ ਬੜਾ ਰੀਅਪੀਲ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸੋ ਉਸੇ ਤਰ੍ਹਾਂ ਐਪਲੀਕੇਸ਼ਨ ਪਾਣੀ ਚਾਹੀਦੀ ਹੈ ਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਪਹਿਲੀ ਦਫਾ ਉਹ ਲੱਗਣਾ ਹੀ ਚਾਹੀਦਾ ਬੁੱਲਜ਼ ਆਈ ਕਿ ਤੁਹਾਡੀ ਅਪਰੂਵ ਹੋਏਗੀ 100%। ਆਲਵੇਜ਼ ਵਕੀਲ ਦੀ ਸਲਾਹ ਲਵੋ ਆਪਣਾ ਪ੍ਰੋਫੈਸ਼ਨਲ ਬੰਦਿਆਂ ਦੀ। 0121551001। ਇਕਬਾਲ ਜੀ ਮੈਂ ਸ਼ੁਰੂ 'ਚ ਕਿਹਾ ਕਿਸੇ ਨੇ ਬੰਦੇ ਮੰਗਾ ਲਏ ਹੋਣ, ਕੁਛ ਵੀ ਕਰਨੇ ਹੋਣ, ਬੱਚੇ ਹੋਣ, ਪੇਰੈਂਟ ਹੋਣ ਜਾਂ ਕਿਸੇ ਯਾਰ ਦੋਸਤ ਨੂੰ, ਹੁਣ ਕਿਉਂਕਿ ਲੋਕਡਾਊਨ ਐਕਸਟੈਂਡ ਹੋ ਗਿਆ 4 ਵੀਕਾਂ ਲਈ, ਸੋ ਦੇ ਵਿਲ ਅਗੇਨ ਉਹੀ ਸਵਾਲ ਆ ਗਿਆ, they will have to have a very good reason। ਅਗਰ ਜਦ ਤੱਕ ਕਿਸੇ ਦੇ ਕੋਈ ਡੈਥ ਹੋਈ ਹੋਵੇ ਜਾਂ ਕੋਈ ਵੈਡਿੰਗ ਹੋਵੇ, ਇੱਦਾਂ ਦੇ ਐਕਸੈਪਸ਼ਨ ਕੇਸਿਸ ਐਕਸੈਪਟ ਕਰਨਗੇ, ਉਹਦਾ ਤਾਂ ਅਲਾਉ ਨਹੀਂ ਕਰਦੇ ਆਉਣ ਨੂੰ ਨੌਨ ਸਿਟੀਜ਼ਨ ਨੂੰ। ਨਹੀਂ ਜੀ, ਡਿਪੈਂਡ ਕਰਦਾ ਹੈਗਾ ਵੀ ਜੇ ਨਾਨ ਸਿਟੀਜ਼ਨਸ ਜਿਹੜੇ ਹੈਗੇ ਆ ਜੋ ਆ ਵੀ ਸਕਦੇ ਹੈਗੇ, ਤਾਂ ਪਰ ਰੈੱਡ ਲਿਸਟ ਕੰਟਰੀਜ਼ ਹੈਗੀਆਂ, ਐਂਬਰ ਲਿਸਟ ਕੰਟਰੀਜ਼ ਹੈਗੀਆਂ, ਡਿਪੈਂਡ ਕਰਦਾ ਇੰਟਰਨੈਸ਼ਨਲ ਜਿਹੜੇ ਕੁਆਰੰਟੀਨ ਰੂਲ ਜਿਹੜੇ ਹੈਗੇ ਆ ਉਹਦੇ ਵਿੱਚ ਜੇ ਤੁਸੀਂ ਤੁਹਾਨੂੰ ਅਲਾਉ ਕਰਦੇ ਹੈਗੇ ਤਾਂ ਤੁਸੀਂ ਆ ਸਕਦੇ ਹੈਗੇ। ਪਰ ਹਾਲੇ ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਹਾਲੇ ਵੀ ਰੈੱਡ ਲਿਸਟ ਦੇ ਵਿੱਚ ਹੈਗਾ, ਤੇ ਕਈ ਐਪਲੀਕੇਸ਼ਨ ਸਿਸਟਮ ਚੱਲ ਰਿਹਾ ਹੈਗਾ, ਪਰ ਉਹ ਥੋੜਾ ਜਿਹਾ ਸਲੋ ਹੈ, ਆਊਟਕਮਸ ਉਹਦੇ ਸਲੋ ਆ ਰਹੇ ਹੈਗੇ ਆ ਬਿਕੋਜ਼ ਆਫ ਦੀ ਜਿਹੜਾ ਕਰੋਨਾ ਵਾਇਰਸ ਦੀ ਕਰਕੇ। ਤੇ ਅਸੀਂ ਉਮੀਦ ਕਰਦੇ ਹੈਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਰੋਨਾ ਵਾਇਰਸ ਤੋਂ ਇੰਡੀਆ ਜਿਹੜੀ ਹੈਗੀ ਆ ਰੈੱਡ ਲਿਸਟ ਤੋਂ ਬਾਹਰ ਨਿਕਲੂਗੀ, ਤੇ ਜਿਹੜੇ ਆਪਣੇ ਭੈਣ ਭਰਾ ਜਿਹੜੇ ਹੈਗੇ ਆ ਕੋਈ ਮਾਂ ਬਾਪ ਕਿਸੇ ਦੇ ਆਉਣਾ ਚਾਹੁੰਦੇ ਹੈਗੇ ਤੇ ਫ੍ਰੀਲੀ ਉਹ ਆ ਸਕਣ। ਪਰ ਫਿਲਹਾਲ ਤੇ ਹਾਲੇ ਕਾਫੀ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਉਹ ਇੰਪਲੀਮੈਂਟ ਹੈਗੀਆਂ, ਤੇ ਜਿੱਦਾਂ ਤੁਸੀਂ ਦੇਖਿਆ ਹੋਣਾ ਵੀ ਹੁਣ ਆਪਣਾ UK ਦਾ ਜਿਹੜਾ ਇੰਗਲੈਂਡ ਦਾ ਲੋਕਡਾਊਨ ਵੀ ਜਿਹੜਾ ਹੈਗਾ 2 ਵੀਕਾਂ ਵੱਧ ਗਿਆ ਹੈਗਾ ਵੀ ਇਟ ਡਜ਼ਨਟ ਸੀਮ ਰਾਈਟ, ਬਟ ਕੀ ਕਰ ਸਕਦੇ ਹੈਗੇ, ਹਾਲਾਤ ਜਿੱਦਾਂ ਦੇ ਹੈਗੇ ਉਹਨਾਂ ਦੇ ਨਾਲ ਤੁਹਾਨੂੰ ਚੱਲਣਾ ਪੈਂਦਾ ਹੈਗਾ। ਤੇ ਇਹ ਚੀਜ਼ਾਂ ਹੈਗੀਆਂ। ਬਾਕੀ ਕਈ ਅਪਡੇਟਸ ਹੋਰ ਵੀ ਜਿੱਦਾਂ ਆਉਣੀਆਂ ਹੈਗੀਆਂ ਹੁਣ, ਉਹ ਕਾਫੀ ਇੰਪਲੀਮੈਂਟੇਸ਼ਨਸ ਲੈ ਕੇ ਆ ਰਹੇ ਹੈਗੇ ਆ ਵੀ ਕਈ ਚੀਜ਼ਾਂ ਵਰਕ ਪਰਮਿਟ ਸਿਸਟਮ ਦੇ ਵਿੱਚ ਵੀ ਆ ਰਹੀਆਂ ਹੈਗੀਆਂ। ਇੱਕ ਜਿਹੜੀ ਹੈ ਐਮਨੈਸਟੀ ਦੀ ਵੀ ਗੱਲ ਚੱਲ ਰਹੀ ਹੈਗੀ ਆ, ਜਿਹੜੀ ਕਿ ਹਾਲੇ ਅਪਰੂਵ ਨਹੀਂ ਹੋਈ ਹੈਗੀ, ਪਰ ਕਾਫੀ ਇਹਦੇ ਵਿੱਚ ਚੱਲ ਰਿਹਾ ਹੈਗਾ ਵੀ ਹੋਪਫੁਲੀ ਉਮੀਦ ਕਰਦਾ ਹੈਗਾ ਵੀ ਜਿੱਦਾਂ ਹੁਣ ਆਇਰਲੈਂਡ ਨੇ ਵੀ ਕੀਤੀ ਹੈਗੀ ਆ ਸ਼ੁਰੂ ਐਮਨੈਸਟੀ ਐਟ ਦੀ ਐਂਡ ਆਫ ਦਿਸ ਈਅਰ, ਮੇਬੀ UK ਵੀ ਉਹਨੂੰ ਫੋਲੋ ਕਰੇ, ਜੇ ਕੋਈ ਨਾ ਕੋਈ ਪਾਲਿਸੀ ਕੱਢਣ, ਜੇ ਕੋਈ ਵੀ ਪਾਲਿਸੀ ਕੱਢਣ ਜਿਹਦੇ ਵਿੱਚ ਜਿਹੜੇ ਆਪਣੇ ਭੈਣ ਭਰਾ ਹੈਗੇ ਉਹਨਾਂ ਨੂੰ ਸਟੇ ਮਿਲ ਸਕੇ। ਜਿੱਦਾਂ ਇਸ ਵੇਲੇ ਟਾਈਮ ਪੀਰੀਅਡ ਜਿਹੜਾ 20 ਸਾਲ ਹੈਗਾ,
ਮੇ ਵੀ ਜਿਹੜੇ ਘੱਟ ਟਾਈਮ ਥੋੜੇ ਜਿਹੇ ਘੱਟ ਟਾਈਮ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਐਮਐਨਐਸਟੀ ਦੇ ਵਿੱਚ ਉਹ ਲੈ ਆਉਣ, ਵੀ ਜਿਨ੍ਹਾਂ ਨੂੰ 20 ਸਾਲ ਤੋਂ ਘੱਟ ਹੈਗੇ। ਇਹ ਡਿਪੈਂਡ ਕਰੂਗਾ ਐਮਐਨਐਸਟੀ ਕਿੱਦਾਂ ਦੀ ਹੈਗੀ, ਪਰ ਹਾਲੇ ਕੁਝ ਕਨਫਰਮ ਨਹੀਂ ਹੈਗਾ। ਕਾਫੀ ਲੋਕੀ ਪੁੱਛਦੇ ਹੈਗੇ ਆ ਤੇ ਹਾਂਜੀ ਗੱਲ ਚੱਲ ਰਹੀ ਹੈਗੀ ਐਮਐਨਐਸਟੀ ਦੀ, ਪਰ ਹਾਲੇ ਕੋਈ ਆਫੀਸ਼ੀਅਲੀ ਕੁਝ ਹਾਲੇ ਡਿਕਲੇਅਰ ਨਹੀਂ ਕੀਤਾ ਹੈਗਾ ਇੱਥੇ ਦੀ ਗਵਰਨਮੈਂਟ ਨੇ। ਤੇ ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਕੋਈ ਵੀ ਅਪਡੇਟ ਹੋਊਗੀ ਤੇ ਅਸੀਂ ਅਕਾਲ ਚੈਨਲ ਦੇ ਪਲੇਟਫਾਰਮ ਦੇ ਥਰੂ ਘਰ ਦੇ ਵਿੱਚ ਆਪਣੀ ਅਵੇਅਰਨੈਸ ਲੈ ਕੇ ਆਵਾਂਗੇ। ਅਸੀਂ ਜਿਹੜੀ ਵੀ ਸਾਡੀ ਡਿਊਟੀ ਹੈਗੀ ਅਸੀਂ ਆਪਣੇ ਭੈਣ ਭਰਾਵਾਂ ਨੂੰ ਦੱਸ ਸਕੀਏ। ਅਪਡੇਟਸ ਜਿਹੜੀਆਂ ਹੈਗੀਆਂ ਉਹ ਅਸੀਂ ਦੱਸਦੇ ਰਹਾਂਗੇ ਜਦ ਨੈਕਸਟ ਜਿਹੜੇ ਵੀ ਆਪਣੇ ਸ਼ੋਅ ਹੈਗੇ ਆਉਣ ਵਾਲੇ ਟਾਈਮ ਦੇ ਵਿੱਚ। इकबाल जी थैंक यू सो मच, टाइम इजाजत नहीं दे रहा, बड़ी फास्ट बेशक कई दफ़ा अपडेट नहीं होंगी। देखो फिर भी किनिया गल्लां निकल आंदियां। जो भी सवाल मैं पूछना ऑन योर बिहाफ पूछना कि जेह्ड़े जनरल क्वेश्चन होंदे ने, पर इट्स ऑलवेज नाइस कि तुहाडे जेन्युइन केस जाके तुसीं कॉल करके पता करो। एवरी मंडे 6 to 7 इकबाल दीप जी दे नाल इमीग्रेशन का किसी भी तरह का मुद्दा तुहाडा किसी भी तरह का हैगा, प्लीज़ कॉल करके तुसीं इन्हां दे प्रोफैशनल बंदियां दी एडवाइस लवो, उन्हां दी सलाह लवो कि किद्दां फॉर्म भर दिता जाए तो की कीता जाए। अगले मंडे फिर ऐसी शो लैके एवरी मंडे कोशिश करेंगे कि कुछ होर अपडेट होएगी। फिर जिदा भी प्रोग्राम मिलते रहेगा। अकाल चलने की कोशिश होंगी है, जो न्यूज़ हो ताज़ी उसी तरह थोड़े पास पहुँचाने। नैक्सट वीक फिर सेम डे तो मुलाकात होगी। अपना ख्याल रखियो, तब तक रब रखा। वाहिगुरू जी का खालसा वाहिगुरू जी की फतेह।